ਚੂਜ਼ਿਆਂ ਦੇ ਵਿੱਚ ਜਿੰਨਾ ਫੇਰਾ ਮਾਰਨਾ ਜਾਂ ਮਾਰਦੇ ਰਹਿਣਾ ਤਾਂ ਕਿ ਸਾਰੇ ਚੂਜ਼ੇ ਜਿਹੜਾ ਉਹ ਇਹ ਵੈਕਸੀਨ ਵਾਲਾ ਪਾਣੀ ਪੀ ਲੈਣ। ਟਣਕਦਾ ਪਿਆ ਵਾ। ਹਾਂਜੀ ਇਹ ਦੇਖੋ ਪਾਣੀ ਸ਼ੁਰੂ ਹੋ ਗਿਆ ਪੀਣਾ। ਬਿਸਮਿल्लाहिर्रहमानिर्रहीम अस्सलाम वालेकुम दोस्तों, की हाल चाल जी? ठीक ठाक हो? अज असीं भाई बग्गे दे डेरे ते नहीं गए हैगे। अज भाई बग्गे नूं चुक के इत्थे लिआंदा अपने ते, क्योंकि साडे चूजे नूं थोड़ा जिहा मसला हो गया। ठीक है जी, वो इस करके जनाब भाई बग्गे नूं एमरजेंसी जनाब इत्थे लिआना पै गया। ते भाई बग्गे नूं हुण असीं दस्सिया वा ते इन्हां ने जनाब चूजे ते नज़र मारी। नज़र मारन तो बाद जाके बाजार गए ने, बाजारों जाके मैडिकल स्टोर तो जनाब दवाई लैके आए ने। वो दवाई किहड़ी लिआंदी आ, साडे चूजे नूं किहड़ा मसला होया ओहदे ते जनाब थोड़ी जी गुफ्तगू कर लैने आ। भाई जी दसो की मसला होया साडे चूजे नूं? साल दिन तो बाद कि साल का मसला उठता हुंदा वा। अच्छा 18 दिनों तो बाद साल का मसला उठदा। ਇਹ ਜਿਹੜਾ ਨਾ ਹਰ ਬੰਦਾ ਕੰਟਰੋਲ ਨਹੀਂ ਕਰਦਾ, ਲੇਕਿਨ ਅਸੀਂ ਦਵਾਈ ਜਿਹੜੀ ਹੈ ਨਾ ਜਿੱਦਾਂ ਸਾਡੀ ਯੂਨਿਟ ਹੁੰਦੀ ਆ ਆਹੋ ਤੇ ਉਹ ਇਹਨਾਂ ਨੂੰ ਪਹਿਲੇ ਤਾਂ ਨਹੀਂ ਲਿਆ ਕੇ ਦੱਸੀ ਦਿੱਤੀ ਗਈ ਕਿ ਨਾਲ ਨਾਲ ਫਿਰ ਤਜਰਬਾ ਇਹਨਾਂ ਦਾ ਹੋਇਆ ਕਿ ਨਾਲ ਜੇ ਹੋ ਜਿਨਾ ਭੈਣ ਭਰਾ ਨੂੰ ਨਹੀਂ ਤਜਰਬਾ ਉਹ ਵੀ ਹੋ ਸਕੇਗਾ। ਹਾਂ ਤੇ ਇਹ ਦਵਾਈ ਹੈ ਸਾਡੇ ਕੋਲ ਸਮਝ ਜੀ ਤੇ ਇਹ ਤੇ ਮੁਰਗੀ ਦੀ ਤਸਵੀਰ ਤੇ ਪਈ ਦੀ ਆ। ਹਾਂਜੀ ਤੇ ਕੈਫ ਵਾਲਾ ਕੀ ਹੈ? ਹਾਂ ਕੋਈ ਦਵਾਈ ਹੈ ਸਮਝ ਜੀ, ਇਹ 1000 ਰੁਪਏ ਦਾ ਡੱਬਾ ਹੁੰਦਾ, ਕਮ ਸੇ ਕਮ 10000 ਚੂਚੇ ਦੇ ਵੀ ਕੰਮ ਕਰ ਦਿੰਦਾ ਵਾ ਇੱਕ ਹੀ ਡੱਬਾ। ਇੱਕ ਡੱਬਾ 1000 ਕੀਮਤ ਦੀ। ਤੇ 2.5 ਲੀਟਰ ਪਾਣੀ ਪੈਂਦਾ ਵਾ ਇੱਕ ਡੱਬੇ ਵਿੱਚ ਤੇ 1 ਸੀਸੀ ਪਾਣਾ ਵਾ 1 ਲੀਟਰ ਵਿੱਚ। 1 ਲੀਟਰ ਦੇ 2.5 ਸੀਸੀ ਅਸੀਂ ਪਾਣੀ ਪਾਣ ਦੇ ਆ ਤੇ 2.5 ਸੀਸੀ ਪਾਣੀ ਪਾਣੇ ਪਏ ਇੱਕ ਉਹਦੇ ਵਿੱਚ ਡੱਬੇ ਵਿੱਚ। ਤੇ ਕੱਲ ਇੱਕ ਦਿਨ ਪਾਣਾ 2.5 ਲੀਟਰ ਤੇ ਕੱਲ ਅਸੀਂ ਕਰ ਦੇਣਾ 2 ਸੀਸੀ। ਠੀਕ ਹੈ। ਤੇ ਪਰਸੋਂ ਅਸੀਂ ਕਰ ਦੇਣਾ ਵਾ 1.5 ਸੀਸੀ। ਮਤਲਬ ਘਟਾਉਂਦੇ ਜਾਣਾ। ਮਸਕਟ ਤਾਂ 3 ਦਿਨ ਦਵਾਈ ਲਗਾਤਾਰ ਪਾਣੀ, 3 ਦਿਨ ਤੋਂ ਬਾਅਦ ਦਵਾਈ ਨਹੀਂ ਪਾਣੀ। ਠੀਕ ਹੈ। ਉਸ ਤੋਂ ਬਾਅਦ 3 ਦਿਨ ਵਕਫਾ ਕਰਕੇ ਤੇ 3 ਦਿਨ ਤੋਂ ਬਾਅਦ ਫਿਰ ਵਕਫਾ ਕਰਕੇ ਤੇ ਫਿਰ ਲਿਖਿਆ ਕਿ ਦਵਾਈ ਪਾਣੀ ਆ 3 ਦਿਨ। ਉਹ ਅਗਲੇ 3 ਦਿਨ 73 ਭਾਸ਼ਾ ਨਹੀਂ ਆ ਤੇ ਤਾਂ ਅੱਜ ਅਗਲੇ ਵੀ 2 ਮਹੀਨੇ ਵਿੱਚ ਇਹ ਮਸਲਾ ਨਾ ਬਣੇ ਜਿੰਦਾ ਤੱਕ ਚੁਕਾਣਾ ਨਹੀਂ ਚੂਚਾ। ਠੀਕ ਹੈ। ਤੇ ਇਹ ਜਿਹੜੀ ਨਾ ਬਿਮਾਰੀ ਸਾਹ ਦੀ ਬਹੁਤ ਜ਼ਾਲਮ ਹੁੰਦੀ ਹੈ। ਜਦੋਂ ਇੱਕ ਚੂਚਾ ਪਾਣੀ ਪੀਏਗਾ ਨਾ 10 ਹੋਰ ਪੀਣਗੇ ਬਿਮਾਰ 10 ਹੋਰ, ਲੇਕਿਨ ਇਹ ਤਾਂ ਕੰਟਰੋਲ ਕਰਨਾ ਫਿਰ ਬਹੁਤ ਔਖਾ ਹੋ ਜਾਂਦਾ ਜਰਾ। ਲੇਕਿਨ ਇਹਦਾ ਸਾਰੀ ਕੰਟਰੋਲ ਕਰ ਲੈਣਾ ਚਾਹੀਦਾ। ਲੇਕਿਨ ਕੋਈ ਪਹਿਲੇ ਦਿਨ ਤੁਸੀਂ ਦੂਸਰੀਆਂ ਦਵਾਈਆਂ ਲੈਣ ਜਾਣਾ ਫੀਡ ਤੇ ਨਾਲ ਹੀ ਆ ਕੈਫ ਕੋਲ ਜਿਹੜੀ ਦਵਾਈ ਆ ਨਾ ਕੈਪਟਨ ਇਹ ਜਿਹੜੀ ਇਲਾਜ ਨਹੀਂ ਲੈਣੀ ਦਵਾਈ। ਠੀਕ ਹੈ। ਇਹਦੇ ਵਿੱਚ ਤਸਵੀਰ ਵੀ ਆ ਤੇ ਹਰ ਚੀਜ਼ ਤੇ ਲੱਗੀ ਦੀ ਆ। ਠੀਕ ਹੈ। ਤੇ ਜਿਹਦੀ ਵਜ੍ਹਾ ਤੋਂ ਸਮਝ ਤੁਸੀਂ ਲੈ ਆਇਆ ਕਰੋ ਇਸ ਵਾਸਤੇ ਕਿ ਇਹ ਲਿਆ ਕੇ ਰੱਖਣੀ ਜ਼ਰੂਰੀ ਆ। ਰੱਖਣੀ ਕਿ 20 ਦਿਨਾਂ ਤੋਂ ਬਾਅਦ ਇਹ ਬਿਮਾਰੀ ਉੱਠਦੀ ਆ। ਠੀਕ ਹੈ। ਜਦੋਂ ਦੋਸਤੋ ਆਖਰੀ ਕਸਾ ਹੋਇਆ ਹੁੰਦਾ ਵਾ ਇਹ ਮਰਹਲੇ ਤੋਂ ਉਸ ਤੋਂ ਬਾਅਦ ਕੋਈ ਐਸਾ ਕਸਾ ਨਹੀਂ ਕਿ ਜਿਹੜਾ ਇਹਦੇ ਵਿੱਚ ਆਉਣਾ। ਠੀਕ ਹੈ। ਤੁਸੀਂ ਸਾਨੂੰ ਹੁਣ ਦੱਸੋ ਤਰੀਕਾ ਕਿ ਦੱਸੋ ਕਿਸ ਤਰ੍ਹਾਂ ਵੈਕਸੀਨ ਕਰਨੀ ਹੈ। ਠੀਕ ਹੈ ਜੀ। ਤਰੀਕਾਕਾਰ ਉਹ ਤੁਹਾਨੂੰ ਦੱਸ ਦਿੰਦੇ ਆ। ਪਾਣੀ ਆ ਗਿਆ, ਲੈਮ ਸਾਹਿਬ ਪਾਣੀ ਲੈ ਕੇ ਜਨਾਬ ਵੇਖ ਲਓ ਆ ਰਹੇ ਨੇ ਤੇ ਜਨਾਬ ਅਸੀਂ ਹੁਣ ਵੈਕਸੀਨ ਕਰਕੇ ਤੁਹਾਨੂੰ ਦੱਸਦੇ ਆ। ਠੀਕ ਹੈ ਜੀ। ਉਹ ਬਰਤਨ ਵੀ ਜਨਾਬ ਸਾਡੇ ਧੋ ਲਏ ਦੇ, ਬਰਤਨ ਸਾਫ਼ ਸੁਫ ਕਰ ਲਏ ਦੇ ਨੇ। ਠੀਕ ਹੈ ਨਾ। ਤੇ ਇਹ ਵੈਕਸੀਨ ਕਰਕੇ ਤੁਹਾਨੂੰ ਦੱਸਣਾ ਕਿਸ ਤਰੀਕੇ ਨਾਲ ਕਰਨੀ ਆ। ਇਹ ਜੀ ਸਾਡਾ ਪਹਿਲਾ ਕੈਪਨ। ਠੀਕ ਹੈ ਜੀ। ਇਹ ਜਨਾਬ ਸਾਡਾ ਦੂਸਰਾ ਕੈਪਨ। ਧੁੱਪ ਚੜ ਗਈ ਦੀ ਹੈ ਤੇ ਜਨਾਬ ਇਸ ਕਰਕੇ ਇਹਨੂੰ ਅਸੀਂ ਚੁੱਕ ਦਿੱਤਾ ਤੇ ਲਓ ਜੀ ਇਹ ਜੀ ਸਾਡਾ ਚੂਜ਼ਾ ਆਪੇ ਡਾਰੀਆਂ ਮਾਰਦਾ ਪਿਆ। ਇਹ ਖੁਰਾਕ ਦੇ ਡੱਬੇ ਨੇ ਬਾਅਦ ਚ ਚੁੱਕ ਦਿੱਤੇ ਨੇ। हाँ मेरे वाल तो कुछ नहीं, मैं तो कुछ नहीं लिया भाई। अब हीट पूरी है ठीक है। नहीं पता क्या है थोड़ी तो फटफट निकलती हो देखे ना थले रहने दो देखे ना चीचा गैस नहीं सिर्फ बीमारी भी है ना शिद्दत आई थी ਇਹਦੀ ਵਜ੍ਹਾ ਤੋਂ ਥੋੜਾ ਜਿਹਾ ਹੈ ਢਿੱਲਾ ਬਾਕੀ ਕੋਈ ਨਹੀਂ। ਮੈਨੇ ਕਿਸੇ ਗੱਲ ਦਾ ਤਾਂ ਠਾਂ ਕਰ ਲੂੰਗਾ ਇਹ ਜੈਨ ਤਾਂ ਹੋ ਗਿਆ ਆ ਤਾਂ ਨਹੀਂ ਦੇ ਅੰਦਰ ਹੈ ਨਹੀਂ ਆ ਠੀਕ ਹੈ ਲੱਤੀ ਰਹੇ ਕੋਈ ਠੀਕ ਹੈ। ਅੱਛਾ ਭਾਬਾ ਜੀ ਹੁਣ ਇਹ ਦੱਸੋ ਮਸਲਾ ਕੀ ਹੋਇਆ? ਮਸਲਾ ਇਹ ਨੂੰ ਸਾਹ ਦਾ ਮਸਲਾ ਆਉਂਦਾ ਹੁੰਦਾ ਵਾ। ਅੱਛਾ ਉਹ 18 ਦਿਨ ਤੋਂ ਬਾਅਦ ਬਿਮਾਰੀ ਤੋਂ ਆਉਂਦੀ ਹੈ ਸਾਹ ਦੀ। 18 ਦਿਨ ਤੋਂ ਬਾਅਦ 18 ਦਿਨ ਤੋਂ ਬਾਅਦ ਆਉਂਦੀ ਹੈ। ਅੱਛਾ ਲੇਕਿਨ ਆਖਰੀ ਮਰਹਲਾ ਵਾ ਆਖਰੀ ਕਸਾ ਵਾ। ਅੱਛਾ ਤੇ ਇਹ ਕਸਾ ਇਨਸ਼ਾਅੱਲਾ ਤੁਸੀਂ ਕਾਮਯਾਬ ਜੇ 25 ਤਰੀਕ ਤੱਕ ਹੋ ਜੇ ਤੁਹਾਡਾ ਮਸਲਾ ਨਾ ਆਇਆ ਤੇ ਇਨਸ਼ਾਅੱਲਾ ਤੁਸੀਂ ਕਾਮਯਾਬ ਜੇ ਆ ਵੀ ਗਏ। ਦਵਾਈ ਸਾਡੇ ਕੋਲ ਮੌਜੂਦ ਆ। ਅੱਛਾ ਉਹ ਅਸੀਂ ਨਾ 1 ਲੀਟਰ ਚ 1 ਸੀਸੀ ਦਵਾਈ ਜਿਹੜੀ ਪਾਣੀ ਸ਼ੁਰੂ ਕਰ ਦਿੱਤੀ ਆ। ਠੀਕ ਆ ਤੇ ਉਹਦੇ ਅੱਜ ਭਾਜੀਆਂ ਤੇ ਅਗਲੇ ਦਿਨ 2 ਸੀਸੀ ਪਾਣੀ ਕਰਨੀ ਹੈ। ਠੀਕ ਹੈ। ਉਸ ਤੋਂ ਅਗਲੇ ਦਿਨ ਫਿਰ 1.5 ਸੀਸੀ ਕਰ ਦੇਣੀ ਹੈ। 1 ਲੀਟਰ ਨਹੀਂ 1 ਲੀਟਰ ਪਾਣੀ ਘਟਾਈ ਜਾਣਾ ਵਾ। ਠੀਕ ਹੈ। ਜਿੱਥੇ 3 ਸੀਸੀ ਪਾਈਏ ਨਾ ਪਹਿਲੇ ਦਿਨ 2.5 ਲੀਟਰ ਚ ਅਗਲੇ ਦਿਨ 2 ਸੀਸੀ ਉਸ ਤੋਂ ਅਗਲੇ ਦਿਨ 1 ਸੀਸੀ ਕਰ ਦੇਣੀ ਹੈ। ਅੱਛਾ 3 ਦਿਨ ਲਗਾਤਾਰ ਦਵਾਈ ਪਾਣੀ। 3 ਦਿਨ ਤੋਂ ਬਾਅਦ ਅੱਲਾ ਖੈਰ ਕੀਤੀ ਕਰਨਾ ਇਹ ਮਰਹਲਾ ਜਾਣਾ ਆਖਰੀ ਮਰਹਲਾ ਵਾ ਇਹ ਫਿਰ ਨਿਕਲ ਜਾਏਗਾ। ਅੱਛਾ ਇਹਨੂੰ ਸਾਹ ਦੀ ਬਿਮਾਰੀ ਹੋਈ ਆ?
ਸਾਹ ਦਾ 18 ਦਿਨ ਤੋਂ ਬਾਅਦ ਬਿਮਾਰੀ ਉੱਠਦੀ ਹੁੰਦੀ ਆ। ਠੀਕ ਹੈ। ਸਾਹ ਦਾ ਮਸਲਾ ਬਣਦਾ ਹੁੰਦਾ। ਅੱਛਾ। ਲੇਕਿਨ ਸਾਹ ਵਾਲੀ ਤੁਹਾਨੂੰ ਦਵਾਈ ਦੱਸਨੇ ਉਹ ਸਾਡੇ ਕੋਲ ਮੌਜੂਦ ਆ। ਚਲੋ ਹੁਣ ਅਸੀਂ ਉਹਦੀ ਸਾਹ ਦੀ ਦੋਸਤੋ ਵੈਕਸੀਨ ਕਰਨ ਲੱਗੇ ਆ, ਉਹ ਤੁਹਾਨੂੰ ਨਾਲ ਨਾਲ ਦੱਸਨੇ ਆ। ਮਾਸ਼ਾਅੱਲਾ ਜਿੰਦਾ ਅੱਲਾਹ ਖੈਰ ਕੀਤੇ ਪੂਰਾ ਪੱਠਾ ਹੋ ਗਿਆ। ਠੀਕ ਹੈ। ਉਹ ਤਾਂ ਇੱਥੋਂ ਹੀ ਛਾਲ ਮਾਰੇਗਾ ਤੇ ਕੋਈ ਟੈਨਸ਼ਨ ਨਹੀਂ ਹੈਗੀ ਚੂਜ਼ੇ ਨੂੰ। ਬਾਬਾ ਜੀ ਕੀ ਮਸਲਾ ਹੋਇਆ ਭਲਾ ਚੂਜ਼ੇ ਨੂੰ ਐਮਰਜੈਂਸੀ ਤੁਸੀਂ ਭਾਈ ਬੱਗੇ ਨੂੰ ਬੁਲਾ ਲਿਆ? ਚੂਚਾ ਭਾਈ ਕੱਲ ਸਾਹ ਨਾਲ ਨਾ ਸਾਹ ਉੱਚੇ ਇੰਜ ਸਾਹ ਲੰਦਾ ਸੀ। ਅੱਛਾ ਅੱਛਾ। ਤੇ ਚੂਚਾ ਗਿਆ ਖਲੋ। ਠੀਕ ਹੈ। 2-3 ਨਗ ਖਲੋਤੇ ਨੇ। ਠੀਕ ਹੈ। ਤੇ ਮੈਂ ਉਸੇ ਵੇਲੇ ਭਾਈ ਬੱਗੇ ਨੂੰ ਕਾਲ ਕੀਤੀ ਆ। ਠੀਕ ਹੈ। ਮੈਂ ਕਿਹਾ ਭਾਈ ਜੀ ਮਿੰਟ ਮਾਰੋ ਤੇ ਛੱਡ ਤੇ ਆਓ। ਆਖਰੀ ਮਸਲਾ ਹੋ ਜਾਂਦਾ ਸਾਰਾ ਇਨਸ਼ਾਅੱਲਾ। ਤੇ ਅੱਲਾਹ ਖੈਰ ਕੀਤੀ 3 ਦਿਨ ਦਵਾਈ ਪਾਣੀ ਆ, ਲਗਾਤਾਰ 5 ਦਿਨ ਨਹੀਂ ਪਾਣੀ। ਠੀਕ ਹੈ। 3 ਦਿਨ ਪਾ ਕੇ ਤੇ ਫਿਰ 3 ਦਿਨ ਦਾ ਵਕਫਾ ਹੋ ਕੇ ਫਿਰ ਅਗਲੇ 3 ਦਿਨ ਇਤਿਹਾਤਨ ਭਾਸ਼ਾ ਨਹੀਂ ਉਹਦੀ ਵਜ੍ਹਾ ਇਹ 1000 ਰੁਪਏ ਦਾ ਡੱਬਾ ਟੋਟਲ ਆਉਂਦਾ ਵਾ। ਠੀਕ ਹੈ। ਤੇ ਇਹ ਕਈ ਫਲਾਕ ਕੱਢ ਜਾਂਦਾ ਵਾ। ਠੀਕ ਹੈ। ਲੇਕਿਨ ਅਸੀਂ ਤਾਂ ਇਤਿਹਾਤਨ ਸਮਝ ਨੂੰ ਪਾ ਦਿੱਤੀ ਆ ਕਿ ਤਾਂ ਕਿ ਅੱਗੇ ਨਵੇਂ ਬੰਦੇ ਨਾਲ ਟੈਨਸ਼ਨ ਤੇ ਪਰੇਸ਼ਾਨੀ ਨਾ ਬਣੇ, ਕਿਉਂਕਿ ਜਿਹਨੂੰ ਨਹੀਂ ਇਸ ਚੀਜ਼ ਦਾ ਪਤਾ ਉਹਨੂੰ ਦੱਸਣਾ ਪੈਂਦਾ ਵਾ। ਦੱਸਣਾ ਚਾਹੀਦਾ। ਅਗਰ ਬਿਮਾਰੀ ਥੋੜਾ ਹਮਲਾ ਜ਼ਿਆਦਾ ਕਰ ਜਾਵੇ ਫਿਰ ਕੰਟਰੋਲ ਨਹੀਂ ਹੁੰਦਾ ਜਿਸ ਟਾਈਮ ਉੱਠੇ ਬਿਮਾਰੀ ਉਸ ਟਾਈਮ ਕੰਟਰੋਲ ਕਰ ਲੈਣਾ। ਸਿਰਫ ਇਸ ਬੱਚਾ ਪਾਉਣ ਦੇ ਇਹੋ ਹੀ ਇਤਿਹਾਤ ਆ। ਇਸ ਵਾਸਤੇ ਲੋਕ ਜਿਹੜੇ ਨਾ ਮਾਰਾ ਖਾ ਚੁੱਕੇ ਨੇ, ਜਿਨ੍ਹਾਂ ਨੂੰ ਇਹ ਚੀਜ਼ਾਂ ਦਾ ਨਹੀਂ ਇਲਮ ਆਉਂਦਾ। ਅਸੀਂ ਫਿਰ ਉਹ ਜੇ ਚੀਜ਼ ਅਗਾਹ ਕਰਕੇ ਨਾ ਇਸੇ ਤਰ੍ਹਾਂ ਦੱਸੀ ਜਾਣ ਲੱਗੇ ਆ ਕਿ ਇਸ ਵਾਸਤੇ ਕਿ ਤੁਹਾਨੂੰ ਯਾਰ ਲੋਕਾਂ ਨੇ ਇਕੱਲਾ ਨਹੀਂ ਦੱਸਣੀਆਂ ਫਾਰਮ ਵਾਲਿਆਂ ਨੇ ਨਹੀਂ ਦੱਸਦੇ। ਲੇਕਿਨ ਮੈਂ ਤੁਹਾਨੂੰ ਓਰੀਜਨਲ ਗੱਲ ਤਾਂ ਦੱਸ ਦਿੱਤੀ ਆ ਕਿ ਤੁਹਾਨੂੰ ਮਸਲਾ ਨਾ ਬਣੇ, ਤਾਂ ਕਿ ਚਲੋ ਤੁਹਾਡਾ ਇੱਕ ਕਾਮਯਾਬੀ ਦਾ ਇੱਕ ਜਿੰਨਾ ਰਿਕਾਰਡ ਬਣ ਜਾਏਗਾ, ਕਾਮਯਾਬ ਹੋ ਜਾਓਗੇ। ਤੁਹਾਡੀ ਵਜ੍ਹਾ ਤੋਂ ਕਈ ਖਾਨਦਾਨ ਰੋਟੀ ਅੱਛੀ ਖਾਸੀ ਕਮਾ ਕੇ ਰੋਟੀ ਖਾਣਗੇ। ਬਿਲਕੁਲ ਜੀ ਬਿਲਕੁਲ। ਦੇਖੋ ਤੁਹਾਡਾ ਵੀ ਦਿਲ ਵਧੇਗਾ। ਤੁਸੀਂ ਕਿਉਂਕਿ ਤੁਹਾਨੂੰ ਇੱਕ ਫਾਰਮ ਤੋਂ ਅੱਲਾ ਖਿਆ ਕਿ ਤੁਸੀਂ 3-4 ਫਾਰਮ ਕਰਵਾਉਣੇ ਨੇ। ਮਾਸ਼ਾਅੱਲਾ ਜੀ। ਤੇ ਇਸ ਵਾਸਤੇ ਤੁਹਾਨੂੰ ਵਧਾਣਾ ਵੱਲਾ ਖਿਆ। ਠੀਕ ਹੈ। ਠੀਕ ਹੋ ਗਿਆ। ਤੇ ਅੱਗੋਂ ਫਿਰ ਤੁਹਾਡੇ ਕੋਲ ਤਜਰਬਾ ਖੋਦੀ ਹੋ ਆਈ ਨਾ ਵਾ, ਤੁਹਾਡੇ ਦਿਨ ਚ ਖੋਦੀ ਆਈ ਨਾ ਅੱਲਾ ਖਿਆ ਖੋਦੀ ਚੀਜ਼ਾਂ ਆਈ ਨਹੀਂ ਫਿੱਟ ਪੈ ਜਾਂਦੀਆਂ ਨੇ। ਇਨਸ਼ਾਅੱਲਾ ਤੁਸੀਂ ਅੱਲਾ ਦੇ ਫਜ਼ਲ ਨਾਲ ਕਾਮਯਾਬ ਆ। ਕਾਮਯਾਬ। ਅੱਲਾਹ ਤਾਲਾ ਜ਼ਾਤ ਨੂੰ ਯਾਦ ਰੱਖੋ ਤੇ ਯਾਦ ਰੱਖ ਕੇ ਇਨਸ਼ਾਅੱਲਾ ਤੁਸੀਂ ਕਾਮਯਾਬੀ ਤੁਹਾਡੀ ਇਹੋ ਹੀ ਆ। ਤੇ ਜਿਹੜੀ ਬਿਮਾਰੀ ਮਸਲਾ ਬਣਦਾ ਤੁਸੀਂ ਜਿਹੜੇ ਨਾਲ ਨਾਲ ਦੱਸੀ ਜਾਣ ਲੈ ਜਣਾ। ਕਿਉਂਕਿ ਉਸ ਸਮੇਂ ਚੂਚਾ ਹਰ ਬੰਦਾ ਖੇਡਦਾ ਚੰਗਾ ਲੱਗਦਾ, ਲੇਕਿਨ ਬਹੁਤੇ ਕਾਰੀਗਰ ਮਾਰ ਦਵਾਈ ਤੋਂ ਖਾ ਜਾਂਦੇ ਨੇ। 1000 ਰੁਪਏ ਦਾ ਡੱਬਾ ਹੈ ਤੇ 1000 ਚੂਚਾ ਵਾ। ਤੇ ਇਹ ਕਮ ਸੇ ਕਮ 10,000 ਚੂਚੇ ਦੀ ਦਵਾਈ ਹੁੰਦੀ ਆ ਇੱਕ ਡੱਬੇ ਦੀ। ਠੀਕ ਹੈ। ਤੇ ਇਸ ਵਾਸਤੇ ਕਿ ਇੱਥੋਂ ਲੋਕ ਜਦੋਂ ਕੰਜੂਸੀ ਕਰ ਜਾਂਦੇ ਨੇ ਫਿਰ ਉਹ ਡਾਕਟਰਾਂ ਕੋਲ ਜਾਂਦੇ ਨੇ। ਡਾਕਟਰਾਂ ਦੀ ਇਲਮ ਚ ਨਹੀਂ ਇਹ ਗੱਲ ਆਉਂਦੀ ਕਿਉਂਕਿ ਉਹਨਾਂ ਨੂੰ ਨਹੀਂ ਪਤਾ ਕਿ ਬਿਮਾਰੀ ਸਾਹ ਦਾ ਮਸਲਾ ਉਹ ਹੋਰ ਦਵਾਈਆਂ ਦੇਣਗੇ, ਰੁਪਏ 10-20,000 ਦਾ ਨੁਕਸਾਨ ਕਰਨਗੇ। ਲੇਕਿਨ ਹੱਲ ਫੇਰ ਨਹੀਂ ਚੂਜੇ ਦਾ ਵੀ ਨੁਕਸਾਨ। ਲੇਕਿਨ ਇਹਦਾ ਹੱਲ ਇਹੋ ਹੀ ਆ ਕਿ ਜਿਹੜਾ ਤੁਹਾਨੂੰ ਇਨਸ਼ਾਅੱਲਾ ਦੱਸ ਦਿੱਤਾ ਵਾ। ਚਲੋ ਬਹੁਤ ਕਾਮਯਾਬੀ ਆ। ਦੋਸਤੋ ਹੁਣ ਅਸੀਂ ਵੈਕਸੀਨ ਕਰਨੀ ਆ ਸਾਹ ਵਾਲੀ। ਠੀਕ ਆ ਕਰਕੇ ਤੇ ਤੁਹਾਨੂੰ ਨਾ ਕਿਹਾ ਤੁਹਾਨੂੰ ਵੀ ਦੱਸਦੇ ਆ। ਤੇ ਇਹ ਵੀ ਜਨਾਬ ਸ਼ਰਾਰਤੀ ਬੈਠੇ ਦੇ ਪੌੜੀ ਦੇ ਉੱਤੇ ਕਿੰਨੀ ਇੰਚਾਈ ਦੇ ਸੱਪਾ ਉੱਤੇ ਬੈਠੇ ਨੇ। ਅੱਛਾ ਭਾਪਾ ਜੀ ਡੱਬੇ ਵੀ ਧੋਲੇ ਨੇ, ਪਾਣੀ ਵੀ ਆ ਗਿਆ, ਤੇ ਹੁਣ ਅੱਗੇ ਕੀ ਕਰਨਾ? ਇਹ ਕਿਸਮ ਜੀ 3-2.5 ਸੀਸੀ ਜਿਹੜਾ ਪਾਣੀ ਨਾਲ ਦਵਾਈ ਪਾਣੀ ਹੈ ਵਿੱਚ। ਅੱਛਾ। ਹਰ ਡੱਬੇ ਦੇ ਵਿੱਚ ਪਹਿਲੇ ਪਾਣੀ ਪਾ ਲੈਣਾ ਜਾਂ ਪਹਿਲੇ ਦਵਾਈ ਪਾਣੀ ਆ? ਨਹੀਂ ਪਾਣੀ ਪਾ ਲਓ ਕੋਈ ਗੱਲ। ਪਹਿਲੇ ਪਾਣੀ ਪਾ ਲੈਣਾ। ਲਓ ਜੀ ਡੱਬੇ ਦੇ ਵਿੱਚ ਜਨਾਬ ਪਾਣੀ ਪਾਇਆ ਜਾ ਰਿਹਾ। ਉਹਨੇ ਡੱਬੇ ਰੱਖੋ ਜੀ ਪੌਣੇ। 3 ਸੀਸੀ ਦਵਾਈ। ਲਓ ਜੀ ਦਵਾਈ ਵੀ ਨਾਲ ਜਿਹੜੀ ਹੈ ਨਾ ਛੁੱਟੀ ਜਾ ਰਹੀ ਹੈ। ਟੀਕਾ ਇੱਕ ਨਾਲ ਰੱਖਣਾ। ਟੀਕਾ ਜਿਹੜਾ ਉੱਤੇ ਸੀਸੀ ਲਿਖੇ ਹੁੰਦੇ ਨੇ ਉੱਤੇ। ਹਾਂ 3 ਸੀਸੀ ਪਾਣੀ। 3 ਸੀਸੀ ਪਾਣਾ। ਇਹ 3 ਸੀਸੀ ਦਵਾਈ ਬੜੀ ਦਵਾਈ ਹੁੰਦੀ ਹੈ। ਠੀਕ ਹੈ। ਵੱਧ ਜੇ ਤੇ ਕੋਈ ਮਸਲਾ ਨਹੀਂ ਕੋਈ ਗੱਲ ਨਹੀਂ। ਜੇ ਵੱਧ ਜੇ ਤੇ ਗਲਤੀ ਨਾਲ ਜੇ ਵੱਧ ਜੇ ਚੂਚੇ ਦੇ ਫਿਫੜਿਆਂ ਦਾ ਅਸਰ ਨਾ ਪਾਣਾ ਚਾਹੁੰਦੇ। ਠੀਕ ਹੈ। ਯਾਨੀ ਕਿ ਵੱਧ ਨਹੀਂ ਕਰਨੀ ਹੈ। ਇਹ ਚੀਜ਼ ਦਾ ਗੌਰ ਕਰਨੀ ਹੈ। ਇਸ ਚੀਜ਼ ਦੀ ਇhtiyat ਪੂਰੀ ਕਰਨੀ ਹੈ ਕਿ ਜਨਾਬ ਵੱਧ ਨਾ ਹੋਏ, ਨਾ ਘੱਟ ਨਾ ਵੱਧ। ਪਹਿਲੇ ਦਿਨ ਇਹਨੂੰ 3 ਦਿਨ ਇਸਤੇਮਾਲ ਕਰਨਾ ਦੋਸਤੋ। 3 ਦਿਨ ਇਸ ਵੈਕਸੀਨ ਨੂੰ ਇਸਤੇਮਾਲ ਕਰਨਾ ਜੇ। ਇਹਨੂੰ ਤੁਸੀਂ ਨਾ ਬਹੁਤੇ ਦਿਨ ਇਸਤੇਮਾਲ ਨਹੀਂ ਕਰਨੀ ਹੈਗੀ। ਤੇ ਇਹ ਪਹਿਲੇ ਦਿਨ ਜਨਾਬ 3 ਸੀਸੀ, ਫਿਰ ਦੂਸਰੇ ਦਿਨ 2.5 ਸੀਸੀ, ਤੀਸਰੇ ਦਿਨ ਜਨਾਬ 1.5 ਸੀਸੀ ਦਵਾਈ ਇਸਤੇਮਾਲ ਕਰਨੀ ਹੈ। ਇਸ ਤਰ੍ਹਾਂ ਹੀ ਹੈ ਜੀ। ਇਸ ਤਰ੍ਹਾਂ ਕਰਨੇ। ਉਸ ਤੋਂ ਬਾਅਦ ਇਹ ਇੱਕ ਸ਼ਰਬਤ ਆ। ਅੱਛਾ। ਲਿਆਣਾ ਤਾਂ ਹੈ ਡ੍ਰਿੰਕ ਸੀ, ਲੇਕਿਨ ਪਰਮਾਨੋਲ ਆ ਗਿਆ ਖਾਂਸੀ ਵਾਸਤੇ ਕੋਈ ਵੀ ਲਿਆ ਆਵੋ। ਠੀਕ ਹੈ। ਪਰਮਾਨੋਲ ਤੇ ਇਹ ਵਾ ਪੁਆਇੰਟ ਵਾਲਾ ਤੇ ਇਹ ਵਾ 450 ml। ਠੀਕ ਹੈ। 450 ml ਆ। ਤੇ ਇਹਨੂੰ ਵੀ ਜਿਹੜਾ ਸਮਝਣਾ ਇੱਕ ਡੱਬੇ ਚ 2 ਸੀਸੀ ਪਾਣਾ ਕਰਨਾ ਇਹਦੇ ਨਾਲ ਹੀ। ਲੇਕਿਨ ਸਾਹ ਦਾ ਮਸਲਾ ਸਾਡੇ ਚੂਚੇ ਨੂੰ ਬਣਿਆ ਹੀ ਨਹੀਂ। ਠੀਕ ਹੈ। 1-2 ਨੂੰ ਬਣਿਆ ਮਸਾਲਾ ਕਿ ਜਿਹਦੀ ਵਜ੍ਹਾ ਤੋਂ ਇਹਨੂੰ ਇਸਤੇਮਾਲ ਦੀ ਨਹੀਂ ਜ਼ਰੂਰਤ ਫਿਲਹਾਲ। ਤੇ ਲੇਕਿਨ ਇਹਨੂੰ ਅਗਰ ਜ਼ਿਆਦਾ ਹੋਏ ਤਾਂ ਫਿਰ ਜ਼ਰੂਰਤ ਹੈ। 5 ਦਿਨ ਤੋਂ ਬਾਅਦ ਫਿਰ ਇਹਨੂੰ ਇਸਤੇਮਾਲ ਕਰਾਂਗੇ। ਠੀਕ ਹੈ। ਯਾਨੀ ਇਹਤਿਆਤੀ ਤੌਰ ਤੇ ਲਿਆਂਦਾ ਤੁਸੀਂ? ਹਾਂ ਇਹਤਿਆਤੀ ਲਿਆਂਦਾ।
ਠੀਕ ਹੈ। मैं 200 ਦੇ 80 ਰੁਪਏ ਦਾ ਆਇਆ ਸਾਰੇ। ਠੀਕ ਹੈ, ਚਲੋ ਸਹੀ ਹੋ ਗਿਆ। ਤੇ ਉਹ ਦੂਸਰੀ ਦਵਾਈ ਜਿਹੜੀ ਆ ਉਹ ਕਰੋ ਜਨਾਬ। ਜੈਲ ਸਾਹਿਬ ਫੜੋ ਦਵਾਈ ਜ਼ਰਾ। ਕਫ ਕਿਉਰ ਇਹ ਜਨਾਬ ਕਫ ਕਿਉਰ ਹੈਗੀ ਜੇ ਦਵਾਈ ਦੋਸਤੋ। ਇਹ ਤੁਹਾਨੂੰ ਅਸੀਂ ਵਾਜ਼ਿਆ ਤੌਰ ਤੇ ਦੱਸ ਦਿੰਦੇ ਆ। ਤੁਸੀਂ ਜਨਾਬ ਇਹ ਸਾਂਸ ਦੀ ਪ੍ਰੋਬਲਮ ਵਾਸਤੇ ਹੁੰਦੀ ਹੈ। ਸਾਂਸ ਦੀ ਬਿਮਾਰੀ ਜਦੋਂ ਲੱਗਦੀ ਹੈ ਚੂਜ਼ੇ ਨੂੰ, ਭਾਈ ਬੱਗਾ ਜੀ ਕਹਿੰਦੇ ਨੇ ਕਿ 18 ਦਿਨਾਂ ਤੋਂ ਬਾਅਦ ਇਹ ਬਿਮਾਰੀ ਉੱਠਣੀ ਸ਼ੁਰੂ ਹੋ ਜਾਂਦੀ ਹੈ। ਤੇ ਇਸ ਕਰਕੇ ਇਹਦਾ ਇਸਤੇਮਾਲ ਕਰਨਾ ਜ਼ਰੂਰੀ ਹੈ। ਔਰ ਤੁਸੀਂ ਅਹਤਿਆਤਨ ਤੌਰ ਤੇ ਇਹਨੂੰ ਲਿਆ ਕੇ ਰੱਖੋ। ਮਸਲਾ ਆਵੇ ਜਾਂ ਨਾ ਆਵੇ, ਲੇਕਿਨ ਤੁਹਾਡੇ ਕੋਲ ਦਵਾਈ ਮੌਜੂਦ ਹੋਣੀ ਚਾਹੀਦੀ ਹੈ। ਠੀਕ ਹੈ ਜੀ। ਐਸੀ ਜਨਾਬ ਦਵਾਈ ਜਿਹੜੀ ਉਹ ਮਿਕਸ ਕਰਨ ਲੱਗੇ ਆ। ਠੀਕ ਹੈ, ਇਸ ਤਰ੍ਹਾਂ ਸਾਰੇ ਡੱਬੇ ਦੇ ਦਵਾਈ 3 ਸੀਸੀ ਭਾਈ ਬੱਗੇ ਉਹਨਾਂ ਨੇ ਪਾਈ ਹੈ ਦਵਾਈ। ਕਿਉਂਕਿ ਬੱਚਾ ਚੂਚਾ ਵਾ ਤੇ ਬੱਚੇ ਚੂਚਾ ਜਿਹੜਾ ਹੁੰਦਾ ਨਾ, ਉਹਨੂੰ ਬਹੁਤੀ ਤੇਜ਼ ਦਵਾਈ ਨਹੀਂ ਪਾਉਣੀ। ਠੀਕ ਹੈ। ਬਿਲਕੁਲ ਨਾਰਮਲ ਜਿੰਨੀ ਕੋ ਸਹਿ ਸਕੇ। ਠੀਕ ਹੈ। ਬਸ ਉਹ ਨਾ ਹੋਵੇ ਕਿ ਅਸੀਂ ਉਹਦੇ 10 ਸੀਸੀ ਪਾਈ ਜਾਈਏ, ਹਾਂ ਉਹ ਫਿਫੜੇ ਉਹਦੇ ਖਤਮ ਹੁੰਦੇ ਜਾਣਗੇ। ਠੀਕ ਹੈ। ਲੇਕਿਨ ਅਸੀਂ ਪਾਣੀ ਆ ਕਿ ਇਤਿਆਤਨ ਕਿ ਜਿਹੜਾ ਯਾਰ ਅਸੀਂ ਉਹਦੇ ਅੰਦਰ ਬਣ ਡਿਆ ਵਾ ਉਹ ਬਣੇ ਨਾ ਤਾਂ ਖਤਮ ਹੋ ਕਿ ਜਾਏ, ਖਤਮ ਹੋ ਜਾਏ। ਠੀਕ ਹੈ, ਯਾਨੀ ਕਿ ਇਹਦੇ 3 ਨਾਲ ਸੀਸੀ। ਚੂਚਾ ਜਾਣਾ ਇੱਕ ਵੀ ਡਾਊਨ ਨਹੀਂ ਹੋਏਗਾ ਲਗਾ। ਠੀਕ ਹੈ। ਤੇ ਇਨਸ਼ਾਅੱਲਾ ਕਾਮਯਾਬੀ ਜਾ ਫਿਰ ਆ ਜਾ। ਤੇ ਕਿਉਂਕਿ ਇਹ ਚੀਜ਼ਾਂ ਲੋਕ ਵਾਕਈ ਨਹੀਂ ਦੱਸਦੇ, ਨਹੀਂ ਦੱਸਦੇ, ਲੇਕਿਨ ਤੁਹਾਨੂੰ ਇਹ ਰੀਜਨਲ ਦੱਸੀ ਜਾਣ ਤਾਂ ਕਿ ਜਿਹੜੇ ਹੋਰ ਵੀ ਹਨ ਭੈਣ ਭਰਾ ਉਹ ਵੀ ਵੇਖ ਕੇ ਤੇ ਸਬਕ ਕਰਨ। ਇਸ ਚੀਜ਼ ਤੋਂ ਇਸ ਚੀਜ਼ ਦਾ ਇਤਿਆਦ ਕਰਨਾ, ਇਸ ਚੀਜ਼ ਨੂੰ ਇਸਤੇਮਾਲ ਕਰਨਾ ਹੈ। ਵੈਕਸੀਨ ਸਰ ਜੀ ਸਾਡੀ ਤੀਸਰੀ ਵੈਕਸੀਨ ਹੋ ਗਈ ਹੈ ਜੀ ਦੋਸਤੋ। ਡੱਬੇ ਜਨਾਬ ਹੁਣ ਚੁੱਕ ਕੇ ਇਹਨੂੰ ਰੱਖਨੇ ਆ ਉੱਥੇ। ਠੀਕ ਹੈ ਜੀ। ਤੇ ਭਾਈ ਬੱਗੇ ਨਾਲ ਥੋੜੀ ਜਿਹੀ ਗੁਫ਼ਤਗੂ ਹੋਰ ਕਰ ਲਈਏ ਕਿਉਂਕਿ ਇਹਨਾਂ ਕੋਲ ਟਾਈਮ ਥੋੜਾ ਹੁੰਦਾ। ਅੱਛਾ ਭਾਈ ਜੀ, ਹੁਣ ਜਿਹੜੀ ਸਾਡੀ ਅਗਲੀ ਆ ਵੈਕਸੀਨ ਕਰਨੀ ਅਸੀਂ ਗਮੋਰੋ ਨਹੀਂ ਹੂੰ ਹੁਣ ਲਸੋਟਾ ਕਰਨੀ, ਲਸੋਟਾ ਕਰਨੀ ਹੈ ਨਾ। ਆ ਤੀਸਰੀ ਵੈਕਸੀਨ ਜਿਹੜੀ ਕਰਨੀ ਅਸੀਂ 18 ਅੱਜ 18ਵਾਂ ਦਿਨ ਹੋ ਗਿਆ ਨਾ। ਹਾਂ ਅੱਜ ਇਨਸ਼ਾਅੱਲਾ ਲਿਆਵਾਂਗੇ। ਅੱਜ 18ਵਾਂ ਦਿਨ ਆ ਨਾ। ਚਲੋ ਅੱਜ 18ਵਾਂ ਦਿਨ ਅੱਲਾ ਖਿਆਲ ਕੀਤੀ। ਅੱਜ ਵੈਕਸੀਨ ਲਿਆ ਕੇ ਤੇ ਰੱਖ ਲੈਣਾ ਤੇ ਸਵੇਰ ਇਨਸ਼ਾਅੱਲਾ ਕਰਾ ਲਾਂਗੇ। ਠੀਕ ਜਾਂ ਹੈ। ਸ਼ਾਮੀ ਕਰਾ ਲਾਂਗੇ ਤੇ ਜਾਂ ਸਵੇਰ ਕਰਾ ਲਾਂਗੇ। ਵੈਕਸੀਨ ਤਾਂ ਇਹ ਦੋਸਤੋ ਅੱਜ ਕਰਨੀ ਸੀ, ਲੇਕਿਨ ਅੱਜ ਸਾਂਸ ਦਾ ਕੋਈ ਮਸਲਾ ਹੀ ਉਹਦੀ ਕਰਕੇ ਇਹ ਮੈਡੀਸਨ ਅਸੀਂ ਇਸਤੇਮਾਲ ਕਰ ਲਈ ਹੈ। ਇਸ ਕਰਕੇ ਅਸੀਂ ਹੁਣ ਕੱਲ 19ਵੇਂ ਦਿਨ ਜਨਾਬ ਉਹ ਵਾਲੀ ਹੈ ਲਸੋਟਾ ਲਸੋਟਾ ਬਿਮਾਰੀ ਜਿਹੜੀ ਵੈਕਸੀਨ ਉਹ ਕਰਨੀ ਆ। ਠੀਕ ਹੈ ਨਾ। ਅੱਛਾ ਹੁਣ ਇਹਦੇ ਨਾਲ ਜਿਹੜੀ ਅਸੀਂ ਕੀਤੀ ਆ ਭਾਈ, ਹੁਣ ਬਾਬੇ ਉਹਨਾਂ ਨੇ ਦੱਸਿਆ ਕਿ ਨਾ ਹੁਣ ਮਸਲਾ ਠੀਕ ਹੈ, ਕੰਟਰੋਲ ਹੈ ਇਨਸ਼ਾਅੱਲਾ ਸੈੱਟ ਹੋ ਜਾਏਗਾ। ਅੱਗੋਂ ਬਣੇਗਾ ਹੀ ਨਹੀਂ। ਅੱਛਾ ਬਣੇਗਾ ਹੀ ਨਹੀਂ ਮਸਲਾ। ਠੀਕ ਹੈ। ਜੇ ਬਣਨਾ ਇੱਕ ਦੂਜੇ ਨੂੰ ਬਣ ਗਿਆ ਲੱਗੋ ਸਾਨੂੰ ਪਤਾ ਲੱਗ ਗਿਆ। ਠੀਕ ਹੈ। ਲੇਕਿਨ ਇਹ ਬੜੀ ਖਤਰਨਾਕ ਬਿਮਾਰੀ ਹੁੰਦੀ ਆ। ਅੱਛਾ ਬਿਮਾਰੀ ਕੋਈ ਵੀ ਸਹੀ ਨਹੀਂ, ਸਹੀ ਨਹੀਂ, ਕਿਉਂਕਿ ਇਹਨੇ ਖੁਰਾਕ ਦਾ ਜਿਹੜਾ ਵਜ਼ਨ ਘਟਾ ਦੇਣਾ ਹੁੰਦਾ, ਚੂਚੇ ਨੂੰ ਸੁਕਾ ਦੇਣਾ ਹੁੰਦਾ ਵਾ। ਠੀਕ ਹੈ। ਲੇਕਿਨ ਅਸੀਂ ਇਨਸ਼ਾਅੱਲਾ ਉੱਤੇ ਪੈਂਦੇ ਹੀ ਉਹਨਾਂ ਦੀ ਤੁਹਾਡੇ ਦੱਸਣ ਦੀ ਵਜ੍ਹਾ ਕੰਟਰੋਲ ਹੋ ਗਿਆ। ਜਾਂ ਨਾ ਦੱਸਦੀ ਤਾਂ ਮੈਂ ਵੀ ਤੁਹਾਨੂੰ ਕੀ ਦੱਸਣਾ ਸੀ। ਨਹੀਂ ਦੱਸਣਾ ਯਾਰ। ਠੀਕ ਹੈ। ਮਸਲਾ ਜਿਹੜਾ ਮਸਲਾ ਬਣਦਾ ਉਹ ਫੌਰਨ ਦੱਸੀ ਜਾਓਗੇ ਤੇ ਉਹਦੇ ਮੁਤਾਬਕ ਦਵਾਈ ਮਿਲੀ ਜਾਏਗੀ। ਠੀਕ ਹੈ। ਆਮ ਲੋਕਲ ਡਾਕਟਰ ਕੋਲ ਚਲ ਜਾਓਗੇ ਤੇ ਉਹਨੇ ਤੇ ਤਬਾਹੀ ਲਾ ਦੇਣੀ ਹੈ ਖਰਚਾ ਕਰਾ ਕੇ। ਠੀਕ ਹੈ। ਉਹਨੇ 15-20 ਹਜ਼ਾਰ ਰੁਪਏ ਦਾ ਮੋਸ਼ਾ 5-7 ਸ਼ੀਸ਼ੇ ਚੁਕਾ ਦੇਣੀਆਂ ਸੀ। ਬਿਲਕੁਲ ਚਲੋ ਕੋਈ ਨਾ ਕੋਈ ਅਸਰ ਕਰੇਗੀ ਨਾ। ਆਹੋ। ਲੇਕਿਨ ਉਹਨੂੰ ਦੋ ਹੀ ਉਹ ਜਿਹੜੀ ਉਹਦੀ ਕਾਬਲ ਆ, ਜਿਹੜੀ ਉਸ ਚੀਜ਼ ਤੇ ਲੱਗਦੀ ਹੈ ਇਨਸ਼ਾਅੱਲਾ। ਯਾਨੀ ਕਿ ਜਿਹੜੀ ਤੁਸੀਂ ਇਸਤੇਮਾਲ ਕੀਤੀ ਹੈ ਦਵਾਈ ਇਹ ਵਾਲੀ ਸਾਂਸ ਵਾਸਤੇ, ਇਹ ਤੁਹਾਨੂੰ ਪਤਾ ਕਿ ਫਿੱਟ ਹੈਗੀ ਆ। ਹਾਂ ਤੁਸੀਂ ਪਹਿਲੇ ਇਸਤੇਮਾਲ ਕਰ ਚੁੱਕੇ ਹੋ। ਹਾਂ ਵੀ ਕਰਦੇ ਆ ਰਹੇ ਆ ਤੇ ਠੀਕ ਹੋ ਗਿਆ। ਜਿਨ੍ਹਾਂ ਨੇ ਨਹੀਂ ਕੀਤੀ ਉਹਨਾਂ ਨੇ ਲੱਖਾਂ ਦੀ ਮਾਰ ਖਾਧੀ ਹੈ। ਠੀਕ ਹੈ। ਠੀਕ ਹੈ। ਲੇਕਿਨ ਇਹ ਬਹੁਤ ਜ਼ਰੂਰੀ ਹੈ, ਇਹਨੂੰ ਕਰਨਾ ਜ਼ਰੂਰੀ ਆ। ਹਾਂ ਜ਼ਰੂਰੀ ਆ। ਅਗਰ ਸਾਂਸ ਦਾ ਮਸਲਾ ਬਣੇ ਤਾਂ ਫੇਰ ਕਰਨਾ ਜਾਂ ਅਤਿਆਤਨ ਵੀ ਕਰਦੇ ਰਹਿਣਾ ਚਾਹੀਦਾ। ਨਹੀਂ ਵੈਸੇ ਕੋਰ ਰੱਖਣੀ ਚਾਹੀਦੀ ਹੈ। ਕੋਰ ਰੱਖਣੀ ਚਾਹੀਦੀ, ਇਸਤੇਮਾਲ ਉਦੋਂ ਕਰਨੀ ਜਦੋਂ ਮਸਲਾ ਬਣੇ। ਤੇ ਬਾਕੀ ਇਨਸ਼ਾਅੱਲਾ ਅੱਜ ਦਵਾਈ ਲਿਆਣੇ ਅੱਲਾ ਖੈਰ ਕੀਤੀ ਤੇ ਅੱਲਾ ਬਿਹਤਰ ਕਰੇ। ਅੱਲਾ ਖੈਰ ਕਰੇ। ਅਸੀਂ ਕੱਲ ਚੌਥੀ ਵੈਕਸੀਨ ਕਰਾਂਗੇ। ਹੁਣ ਸਾਡੀ ਤੀਸਰੀ ਵੈਕਸੀਨ ਹੋ ਗਈ ਹੈ ਨਾ। ਤੀਸਰੀ। ਹਾਂ ਠੀਕ ਹੈ ਜੀ। ਸਾਂਸ ਦੀ ਮਸਲਾ ਜਿਹੜਾ ਬਣਦਾ ਨਾ ਦੋਸਤੋ, ਸਾਨੂੰ ਇਸ ਚੀਜ਼ ਦਾ ਨਹੀਂ ਸੀ ਪਤਾ ਹੈਗਾ। ਠੀਕ ਹੈ ਨਾ। ਲੇਕਿਨ ਭਾਈ ਬੱਗਾ ਜੀ ਨੇ ਨੂੰ ਵੀ ਨਹੀਂ ਸੀ ਸਾਨੂੰ ਦੱਸਿਆ ਦਾ। ਲੇਕਿਨ ਵੇਚੀ ਨਾ ਹਾਂ ਸਾਲ ਮਰ ਗਿਆ। ਮੈਂ ਤੇ ਲਿਆ ਉਹਦਾ ਦਿਖਾਈ ਦੀ ਵਿੱਚ। ਅੱਛਾ ਚੂਚਾ ਇੱਕ ਸਾਂਸ ਦੀ ਬਿਮਾਰੀ ਨਾਲ ਮਰ ਗਿਆ। ਠੀਕ ਹੈ ਜੀ। ਨਹੀਂ ਤਾਂ ਤੁਹਾਨੂੰ ਵਿਖਾਣਾ ਸੀ ਕਿ ਉਹਨੂੰ ਕਿਸ ਤਰ੍ਹਾਂ ਸਾਹ ਲੈਂਦਾ ਸੀ, ਕਿਸ ਤਰ੍ਹਾਂ ਉਹਨਾਂ ਦਾ। ਕਿੰਨੇ ਹੋ ਗਏ ਨੇ ਬਾਬਾ ਜੀ ਹੁਣ? ਕੀ ਚੂਚੇ ਡਿਫਾਲਟਰ ਹੋ ਗਏ। ਕਿੰਨੇ ਚੂਚੇ ਹੋ ਗਏ? ਕੈਂਸਰ ਹੋ ਗਏ ਨੇ 21 ਚੂਚੇ। ਅੱਛਾ ਜੀ। ਹਾਂਜੀ ਠੀਕ ਹੈ। ਉਹ ਵੱਡੀਆਂ ਜਿਹੜੀਆਂ ਨੇ ਨਾ ਸੰਭਲੀਆਂ ਉਹਨਾਂ ਚੋਂ ਨਿਕਲ ਗਏ ਨੇ। ਅੱਛਾ 21 ਚੂਚੇ। ਠੀਕ ਹੈ। ਬਾਕੀ ਇਨਸ਼ਾਅੱਲਾ ਬਹਾਲ ਨੇ। ਅੱਛਾ ਜੀ ਬਾਬਾ ਜੀ, ਤੁਸੀਂ ਇਹ ਦੱਸੋ ਕਿ ਤੁਹਾਨੂੰ ਇਹ ਜਦੋਂ ਬਿਮਾਰੀ ਹੋਈ ਆ ਕਿਸ ਵਜ੍ਹਾ ਤੋਂ, ਕਿਸ ਤਰ੍ਹਾਂ ਮਹਿਸੂਸ ਹੋਇਆ ਤੁਹਾਨੂੰ ਕਿ ਇਹ ਬਿਮਾਰੀ ਹੋ ਰਹੀ ਹੈ ਚੂਜ਼ੇ ਨੂੰ? ਦੇਖੋ ਜੀ, ਮੈਂ ਸਵੇਰੇ ਇਨਸ਼ਾਅੱਲਾ 2 ਵਜੇ ਉੱਠਣਾ ਹੁੰਦਾ। ਅੱਛਾ 2 ਵਜੇ ਉੱਠ ਕੇ ਤੇ ਆਪਣੇ ਸ਼ੈੱਡ ਤੇ ਆਏਗਾ। ਠੀਕ ਹੈ। ਆਣ ਕੇ ਮੁੰਡੇ ਨੂੰ ਉਠਾ ਕੇ ਅੰਦਰ ਜਾਣਾ। ਠੀਕ ਹੈ। ਅੱਗ ਵੱਲ ਦੇਖਣਾ, ਚੂਚੇ 'ਚ ਫੇਰਾ ਮਾਰਨਾ। ਠੀਕ ਹੈ। ਕੀ ਕੋਈ ਨੁਕਸਾਨ ਤੇ ਨਹੀਂ, ਕੋਈ ਮਰਿਆ ਤਾਂ ਨਹੀਂ, ਕੋਈ ਜਾਂ ਕੋਈ ਬਿਮਾਰ ਤੇ ਨਹੀਂ। ਠੀਕ ਹੈ। ਕੱਲ ਜਿਲੇ ਮੈਂ ਆਇਆ ਨਾ ਤੇ ਇੱਕ ਚੂਚਾ ਸਾਹ ਲੈਂਦਾ ਪਿਆ ਸੀ, ਲੰਮੇ ਸਾਹ ਲੈਂਦਾ ਪਿਆ ਤੇ ਖੜਾ ਸੀ। ਠੀਕ ਹੈ। ਮੈਂ ਉਹਨੂੰ ਪਾਣੀ ਵੀ ਪਿਆਇਆ ਲੇਕਿਨ ਉਹ ਪਾਣੀ ਵਾਲੇ ਪਾਸੇ ਨਹੀਂ ਸੀ ਜਾ ਰਿਹਾ। ਠੀਕ ਹੈ। ਮੈਂ ਫਿਰ ਨਾ ਮੈਂ ਕਿਹਾ ਹੁਣ ਤੇ ਰਾਤ ਹੈ, ਚਲੋ ਦਿਨ ਚੜ੍ਹਦਾ ਤੇ ਫਿਰ ਮੈਂ ਸਵੇਰ ਕਾਲ ਕੀਤੀ। ਠੀਕ ਹੈ ਭਾਈ ਹੁਣਾਂ ਨੂੰ। ਠੀਕ ਹੈ। ਉਹ ਇਨਸ਼ਾਅੱਲਾ ਭਾਈ ਹੁਣੀ ਆਏ ਨੇ, ਆ ਗਏ ਨੇ, ਦਵਾਈ ਦਿੱਤੀ ਆ। ਠੀਕ ਹੈ, ਕੰਟਰੋਲ ਹੋ ਗਿਆ, ਹੋਏਗਾ ਕੰਟਰੋਲ।
ਦੇਖੋ ਜਿਹੜਾ ਬੰਦਾ ਗੌਰ ਕਰਦਾ ਨਾ ਵਿੱਚ ਫਿਰਦਾ ਜਾਂ ਗੌਰ ਕਰਦਾ ਜਾਂ ਆਪਣੇ ਚੂਚੇ ਦਾ ਖਿਆਲ ਕਰਦਾ, ਕਿਸੇ ਚੀਜ਼ ਦਾ ਵੀ ਖਿਆਲ ਕਰ ਲਓ, ਠੀਕ ਹੈ, ਉਹਨੂੰ ਪਤਾ ਹੁੰਦਾ ਵੀ ਯਾਰ ਮੇਰਾ ਜਾਨਵਰ ਇਸ ਲਈ ਕੀ ਹੋ ਜਿਆ, ਠੀਕ ਹੈ, ਕੱਲ ਕਿਸ ਤਰ੍ਹਾਂ ਦਾ ਸੀ, ਅੱਜ ਕਿਸ ਤਰ੍ਹਾਂ ਦਾ, ਆਹੋ ਠੀਕ ਹੈ ਜੀ। ਤੇ ਉਹ ਇਨਸ਼ਾਅੱਲਾ ਬਾਕੀ ਚੂਚਾ ਠੀਕ ਹੈ, ਠੀਕ ਹੈ, ਉਹ ਕੱਲ ਦਾ ਕੈਂਸਲ ਹੋ ਗਿਆ, ਉਹ ਡਿਲੀਟ ਹੋ ਗਿਆ। ਉਹ ਡਿਲੀਟ ਹੋ ਗਿਆ। ਮੈਂ ਚਲੋ ਅੱਗੇ ਦੀ ਤਿਆਰ ਹੋ ਗਿਆ ਨਾ। ਹਾਂ ਅੱਛਾ ਭਾਪਾ ਜੀ, ਹੁਣ ਇਹ ਸਾਨੂੰ ਸਮਝਾ ਦਿਓ ਥੋੜਾ ਜਿਹਾ ਕਿ ਇਹ ਜਿਹੜੀ ਤੁਸੀਂ ਵੈਕਸੀਨ ਕੀਤੀ ਆ, ਹੁਣ ਦਵਾਈ ਜਿਹੜੀ ਦਿੱਤੀ ਆ, ਹਾਂਜੀ, ਇਹ ਕਿੰਨਾ ਕੁ ਫਾਇਦਾ ਦੇਗੀ? ਇੰਨੇ ਫੈਲਾ ਦੇਣਾ ਕਿ ਸਮਝੀ ਇੱਕ ਦਿਨ ਨੂੰ ਖੁਰਾਕ ਘੱਟ ਨਹੀਂ ਖਾਂਦੇ, ਖੁਰਾਕ ਪੂਰੀ ਖਾਏਗਾ, ਠੀਕ ਹੈ, ਲੇਕਿਨ ਇੱਕ ਜਿਹੜਾ ਉਹ ਚ ਮਸਲਾ ਬਣਿਆ ਦੇਣਾ ਉਹ ਬਿਲਕੁਲ ਖਤਮ ਹੋ ਜਾਏਗਾ। ਠੀਕ ਹੈ। ਆਪਣੇ ਚੂਚੇ ਨੂੰ ਜਦੋਂ ਸਮਝੀ ਕੋਈ 150 ਚੂਚੇ ਨੂੰ ਬਣੇ ਤੇ ਇੱਕ ਅੱਧਾ ਚੂਚੇ ਮੂੰਹ ਅੜਦਾ ਹੁੰਦਾ ਵਾ, ਠੀਕ ਹੈ, ਸਮਝੋ ਕਿ ਸਾਰੇ ਮਾਲ ਨੂੰ ਮਸਲਾ ਵਾ। ਹਾਂ, ਲੇਕਿਨ ਉਹ ਤੇ ਕੰਟਰੋਲ ਨਾ ਕਰਾਂਗੇ ਤੇ ਉਹ 10 ਅੱਜ ਅੱਡਣਗੇ ਮੂੰਹ, ਕੱਲ 20 ਅੱਡਣਗੇ, 20 ਅੱਡਣਗੇ। ਘੰਟੇ ਬਾਅਦ ਅੱਡਣਾ ਸ਼ੁਰੂ ਆ ਝੂਠਾ ਪਾਣੀ ਪੀ ਪੀ ਕੇ। ਹਾਂ, ਤੇ ਲੇਕਿਨ ਅੱਲਾ ਖੈਰ ਕੀਤੀ, ਅਸੀਂ ਉਹ ਤੇ ਟਾਈਮ ਨਾਲ ਕੰਟਰੋਲ ਕਰ ਲਿਆ। ਦਵਾਈ ਅੱਜ ਤੋਂ 10 ਦਿਨ ਪਹਿਲੇ ਹੀ ਲਾ ਕੇ ਰੱਖੀ ਸੀ ਦੂਸਰੀ, ਠੀਕ ਹੈ, ਲੇਕਿਨ ਸਾਨੂੰ ਪਤਾ ਸੀ ਕਿ 20 ਦਿਨਾਂ ਤੋਂ ਬਾਅਦ ਮਸਲਾ ਉੱਠਦਾ ਹੁੰਦਾ ਵਾ। ਠੀਕ ਹੈ, ਲੇਕਿਨ ਉਹ ਮਸਲਾ ਉੱਠਣ ਤੋਂ ਅਸੀਂ ਪਹਿਲੇ ਲੱਖਾ ਇਹਦਾ ਕੱਲ ਇਲਾਜ ਕਰ ਦਿੱਤਾ ਵਾ। ਠੀਕ ਹੈ, ਰਹਿ ਗਿਆ ਅਗਲਾ ਮਸਲਾ ਸਮਝੀ ਵੈਕਸੀਨ ਦਾ, ਤੇ ਉਹ ਅਸੀਂ ਕੱਲ ਹੀ ਕਰਵਾ ਦਾਂਗੇ, ਲੱਖਾ ਕੀਤੀ। ਹਾਂ, ਉਹ ਲਿੱਸੀ ਬਾਲਾਂ ਦਾ ਲਸੋਟਾ ਕਰਾਵਾਂਗੇ, ਲੱਖਾ ਕੀਤੀ। ਠੀਕ ਹੈ, ਤੇ ਤਗੜੀ ਕੰਪਨੀ ਦਾ ਲਸੋਟਾ ਕਰਾਵਾਂਗੇ, ਲੱਖਾ 100-200 ਰੁਪਏ ਮਹਿੰਗਾ ਵੀ ਲਿਆਵਾਂਗੇ, ਕੋਈ ਮਸਲਾ ਕੋਈ ਗੱਲ ਨਹੀਂ, ਕੋਈ ਐਸੀ ਗੱਲ ਨਹੀਂ ਹੈਗੀ। ਲੇਕਿਨ ਇੱਕ ਗੱਲ ਆ ਕਿ ਅਸੀਂ ਉਹਨੂੰ ਸਹੀ ਕਰਾਵਾਂਗੇ। ਉਸ ਤੋਂ ਬਾਅਦ ਫਿਰ 32 ਦਿਨ ਦਾ ਹੋਏਗਾ ਤੇ ਫਿਰ ਇੱਕ ਲਸੋਟਾ ਕਰਾਵਾਂਗੇ, ਲੱਖਾ ਕੀਤੀ। ਠੀਕ ਹੈ, 32 ਦਿਨ ਤੋਂ ਸਾਡੀ ਉਹ ਆਖਰੀ ਵੈਕਸੀਨ ਹੋਣੀ ਹੈ। ਠੀਕ ਹੈ, ਉਸ ਤੋਂ ਬਾਅਦ ਨਾਲ ਹੀ ਬੰਦਾ ਵੀ ਖੁਰਾਕ ਪਾਣੀ ਪਾਏਗਾ, ਜਿਸ ਤਰ੍ਹਾਂ ਮਰਜ਼ੀ ਵੀ ਉਹਨੂੰ ਚੂਚਾ ਖੁਰਾਕ ਵੀ ਤੁੰਨ ਕੇ ਖਾਏਗਾ। ਠੀਕ ਹੈ, ਆਹ ਚੀਜ਼ ਉਹਦਾ ਮੈਦਾ ਖੁੱਲ ਜਾਏਗਾ, ਨਾੜਾਂ ਖੁੱਲ ਜਾਣਗੇ ਇਨਸ਼ਾਅੱਲਾ। ਤੇ ਲੇਕਿਨ ਚੂਚਾ ਨਵੇਂ ਸਿਰੇ ਪੁੰਗਰ ਉਹਦੀ 32ਵੇਂ ਦਿਨ ਤੋਂ ਬਾਅਦ ਤਿਆਰ ਹੋਣਾ ਸ਼ੁਰੂ ਹੋ ਜਾਏਗਾ। ਠੀਕ ਹੈ, 25ਵੇਂ ਦਿਨ ਤੋਂ ਬਾਅਦ ਉਹਨੇ ਖੁਰਾਕ ਤੁੰਨ ਕੇ ਖਾਣੀ ਹੈ। 32 ਦਿਨ ਤੋਂ 32 ਦਿਨ ਦੀ ਉਹਨੂੰ ਵੈਕਸੀਨ ਕਰ ਦੇਣੀ ਆ। ਹਾਂ, ਤੇ ਫਿਰ ਅੱਲਾ ਇਸ ਬੁੱਧ 3 ਮਹੀਨੇ ਵੈਕਸੀਨ ਨਾ ਕਰਾਂਗੇ ਤੇ ਸਾਨੂੰ ਕੋਈ ਟੈਨਸ਼ਨ ਨਹੀਂ। ਠੀਕ ਹੋ ਗਿਆ। ਲੇਕਿਨ ਅਗਰ ਸਾਡਾ ਇਰਾਦਾ ਬਣ ਜਾਏਗਾ 50 ਦਿਨ ਦਾ ਕਰਕੇ ਕਿ ਇਹਨੂੰ ਅਸੀਂ ਭਾਰਾ ਕਰਨਾ ਵਾ, ਅੱਛਾ, ਤੇ ਫਿਰ ਅਸੀਂ 50 ਦਿਨ ਤੱਕ ਇੱਕ ਵੈਕਸੀਨ ਫੇਰ ਕਰ ਦਾਂਗੇ। ਤੇ ਫਿਰ ਅਸੀਂ ਇਨਸ਼ਾਅੱਲਾ ਅੱਲਾ ਦੇ ਫੈਲੋ ਕਰਨ ਦੇ ਨਾਲ ਇਹਨੂੰ ਅਸੀਂ ਇਨਸ਼ਾਅੱਲਾ ਵੈਕਸੀਨ ਨਹੀਂ ਕਰਨੀ। ਠੀਕ ਹੈ, ਤੇ 60 ਦਿਨ ਦਾ ਹੋਏਗਾ, 55 ਦਿਨ ਦਾ, ਤੇ ਅਸੀਂ ਫੇਰ ਹੀ ਵਾਣ ਨੂੰ ਸ਼ੁਰੂ ਕਰ ਦੇਵਾਂਗੇ ਕੰਮ ਵੇਚਣਾ। ਵੇਚਣਾ। ਠੀਕ ਹੋ ਗਿਆ। ਤੇ ਅੱਗੋਂ ਤੁਹਾਡੇ ਤੇ ਡਿਪੈਂਡ ਹੋਣੀ ਹੈ ਕਿ 60 ਦਿਨ ਦਾ ਕਰੀਏ ਜਾਂ 55 ਦਿਨ ਦਾ ਕਰੀਏ। ਉਹ ਡਿਪੈਂਡ ਤਾਂ ਅਸੀਂ ਉੱਤੇ ਕਰਨੇ ਆ ਮਾਲਕ ਤੇ, ਹੂੰ, ਕਿ ਉਦੋਂ ਕੋਈ ਖਰਚਾ ਹਿਸਾਬ ਲਾ ਕੇ ਆਹੋ ਆਹੋ, ਇਹ ਗੁੰਜਾਇਸ਼ ਹੈ 10 ਦਿਨ ਦੀ ਤੇ ਪਾ ਲਾਈ, ਜੇ ਨਹੀਂ ਗੁੰਜਾਇਸ਼ ਤੇ ਵੇਚ ਫਿਰ ਦੇ। ਇਹਨਾਂ ਨੂੰ ਚਾੜ ਦਈਏ ਫਟੇ, ਆਹ ਵੇਚ ਦਈਏ। ਵੇਚ ਦਈਏ। ਹਾਂ, ਚਲੋ ਜੋ 50 ਦਿਨਾਂ ਦਾ ਉਹਦਾ ਬਤਾ ਵੈਸੇ ਹੀ ਐਕਸੀਮੇਟ ਬੰਦੇ ਲੱਗ ਜਾਂਦਾ, ਮੇਰਾ ਇੰਨਾ ਖਰਚਾ ਹੋਇਆ, ਇੰਨਾ ਵਜ਼ਨ ਮੇਰੇ ਚੂਜ਼ੇ ਦਾ, ਤੇ ਮੈਂ ਹੁਣ ਵੇਚਾਂਗਾ ਤੇ ਮੇਰੇ ਇੰਨੇ ਬਚ ਜਾਣੇ ਨੇ। ਨਹੀਂ ਉਹ ਮਸਲਾ ਪਤਾ ਕੀ ਹੁੰਦਾ ਵਾ, ਹੂੰ, ਉਹ ਦੇਖੋ ਨਾ, ਉਹਨੂੰ ਵੇਚਦੇ 5-7 ਦਿਨ ਲੱਗ ਜਾਂਦੇ ਨੇ। ਠੀਕ ਹੈ, 5 ਦਿਨ ਲੱਗ ਜਾਂਦੇ ਨੇ, ਲੇਕਿਨ ਅਸੀਂ ਤਾਂ ਕੋਸ਼ਿਸ਼ ਕਰਨੀ ਜਲਦੀ ਦਾ ਚੁਕਾ ਹੀ ਦੇਣਾ ਵਾ। ਠੀਕ ਹੈ, ਇਹ ਹੋ ਸਕਦਾ ਅਸੀਂ ਇੱਕ ਦਿਨ ਫੇਰੀਵਾਨ ਨੂੰ ਚੁਕਾ ਕੇ ਵੇਖਣਾ ਜੀ ਫੇਰੀਵਾਨ ਦਾ ਕੀ ਮੂਡ ਆ, ਆਹੋ, ਨਹੀਂ ਤਾਂ ਅਸੀਂ ਇੱਕੋ ਦਿਨ ਫੇਰੀਵਾਨ ਨੂੰ ਗੱਡੀ ਚੁਕਾ ਦੇਣੀ ਠੀਕ ਹੈ, ਕਿ ਜਾਓ ਵੀ ਆਪਣੇ ਘਰ ਲੈ ਜਾਓ ਤੇ ਜਾ ਕੇ ਵੰਡ ਕੇ ਤੇ ਆਪਣੇ ਵੇਚੋ। ਵੇਚੋ, ਠੀਕ ਹੈ, ਉਹਨਾਂ ਤਿੰਨਾਂ ਚੌਂ ਦਿਨਾਂ ਸਾਨੂੰ ਵੇਚ ਕੇ ਕਲੀਅਰ ਕਰ ਦੇਣਾ ਵਾਲਾ ਖਾ ਕੇ। ਠੀਕ ਹੈ, ਲੇਕਿਨ ਅਸੀਂ ਇਨਸ਼ਾਅੱਲਾ ਆਪਣਾ ਦਸਤੇ ਜਾਂ ਸਫਾਈ ਕਰਨੀ ਆ, ਹੂੰ, ਸਪਰੇਅ ਮਾਰਨੀ ਆ ਯਾਰ ਅਸੀਂ ਮਾਲੀ, ਠੀਕ ਹੈ, ਉਹਨੂੰ ਇੱਕ ਦਿਨ ਬੰਦ ਰੱਖਣਾ ਵਾ। ਠੀਕ ਹੈ, ਅਗਲੇ ਦਿਨ ਇਨਸ਼ਾਅੱਲਾ ਅੱਲਾ ਫਿਰ ਉਹਨਾਂ ਦੇ ਤੋਹ ਪਾ ਕੇ ਤੇ ਨਾਲ ਹੀ 2000 ਦਾ ਫਲਾਗ, ਜੀ ਤੁਹਾਡੀ ਅਗਰ ਦਿਲ ਮੰਨੇ ਠੀਕ ਹੈ, 2000 ਦਾ ਫਲਾਗ ਲਾ ਲਿਓ, ਨਹੀਂ ਮੰਨੇ ਤਾਂ ਆਪਣੀ ਮਰਜ਼ੀ ਹੁੰਦੀ ਆ ਅਗਲੇ ਆਹੋ, ਦਿਨ ਦੀ। ਬਿਲਕੁਲ, ਲੇਕਿਨ ਇਹ ਹੈ ਕਿ ਜਦੋਂ ਤੁਹਾਨੂੰ ਉਹਨਾਂ ਕਲੀਅਰ 5-6 ਦਿਨਾਂ ਚ ਕਰਨਾ ਵਾ, ਹੂੰ, ਤੇ ਉਦੋਂ ਦਾ ਤੁਹਾਡਾ ਸਵੇਰੇ 5-7 ਦਿਨ ਦਾ ਹੋ ਹੀ ਨਾ। ਠੀਕ ਹੈ, ਅਸੀਂ ਕਹਿੰਦੇ ਆ ਕਿ ਬੁਕਿੰਗ ਪਹਿਲੇ ਤਾਂ ਕਰਵਾ ਲੈਣੀ ਹੈ ਨਾਲ ਹੀ, ਹੂੰ, ਹੂੰ, ਕਿ ਤਾਂ ਕਿ ਇਧਰੋਂ ਚੱਲ ਜਾਏ ਤੇ ਨਾਲ ਹੀ ਬਰੂਡਿੰਗ ਸ਼ੁਰੂ ਹੋ ਜਾਏ ਸਾਡੀ। ਤੇ ਇਨਸ਼ਾਅੱਲਾ ਅੱਲਾ ਦੇ ਫਜ਼ਲ ਕਰਮ ਦੇ ਨਾਲ 2000 ਚੂਚੇ ਦੀ ਬੁਕਿੰਗ ਤਾਂ ਕਰਨੀ ਹੈ। ਹੋ ਸਕਦਾ ਉਦੋਂ ਚੂਚੇ ਦਾ ਰੇਟ ਤਾਂ ਵੀ ਹੋ ਜਾਏ। ਠੀਕ ਹੈ, ਅੱਗੇ ਅਸੀਂ ਚੂਚਾ ਬਹੁਤ ਮਹਿੰਗਾ ਪਾ ਲਿਆ ਸੀ, ਹੂੰ, ਲੇਕਿਨ ਹੁਣ ਅਸੀਂ ਕੋਸ਼ਿਸ਼ ਕਰਾਂਗੇ ਚੂਚਾ ਸਾਨੂੰ ਆਪ ਜਾ ਕੇ ਲਿਆਉਣਾ ਪਏਗਾ ਤੇ ਕੋਈ ਟੈਨਸ਼ਨ ਨਹੀਂ, ਠੀਕ ਹੈ, ਉਹ ਅਸੀਂ ਖਰਚੇ ਦੀ ਕਵਰਿੰਗ ਕਰ ਲਵਾਂਗੇ। ਠੀਕ ਹੋ ਗਿਆ। ਅੱਛਾ, ਹੁਣ ਇਹ ਜਿਹੜੀ ਬਿਮਾਰੀ ਹੈ ਇਹ ਕੰਟਰੋਲ ਹੋ ਜਾਏਗੀ ਹੁਣ? ਇਨਸ਼ਾਅੱਲਾ ਹੋ ਜਾਏਗੀ, ਉੱਠੇਗੀ ਨਹੀਂ, ਉੱਠੇਗੀ ਨਹੀਂ ਇਹਨੂੰ ਉੱਠਣਾ ਸੀ ਨੇ ਨਹੀਂ ਕਿ ਨਹੀਂ ਹਰ ਚੂਚੇ ਚ ਉੱਠਦਾ ਵਾ, ਆਹੋ, ਲੇਕਿਨ ਇਨਸ਼ਾਅੱਲਾ ਕੰਟਰੋਲ ਇੱਥੇ ਹੀ ਕਰ ਦਿੱਤੇ। ਜਿਹੜੇ ਸਾਡੇ ਦੋਸਤ ਨੇ ਜਿਹੜੇ ਆਪਣਾ ਇਹ ਕੰਮ ਕਰਦੇ ਪਏ ਨੇ, ਉਹਨਾਂ ਵਾਸਤੇ ਕੋਈ ਨਸੀਹਤ ਦਿਓ ਇਸ ਮਾਮਲੇ 'ਚ। ਉਹਨਾਂ ਵਾਸਤੇ ਨਸੀਹਤ ਹੈ ਵਾ ਕਿ ਕੈਫਕੋਲ ਜਿਹੜੀ ਹੁੰਦੀ ਹੈ ਨਾ ਦਵਾਈ, ਹਾਂ, ਉਹਨੂੰ ਡਾਕਟਰ ਨੂੰ ਕਹਿ ਕੇ ਸਾਹ ਵਾਲਾ ਜਾਂ ਤੁਹਾਨੂੰ ਇੱਕ ਡੱਬਾ ਦਵਾਈ ਦਾ ਦੇ ਦਿਓ। ਠੀਕ ਹੈ, ਉਹਨਾਂ ਤੁਹਾਨੂੰ ਇਤਿਆਤਨ ਉਹਨਾਂ ਪਹਿਲੇ ਦੇ ਛੱਡਣਾ, ਠੀਕ ਹੈ, ਤੇ ਇਨਸ਼ਾਅੱਲਾ ਅੱਲਾ ਦੇ ਫਜ਼ਲ ਕਰਮ ਨਾਲ ਤਾਂ ਕਿ ਤੁਹਾਨੂੰ ਮਿਲ ਜਾਏਗਾ, ਹੂੰ, ਕਿ ਤੁਹਾਨੂੰ ਉਦੋਂ ਟੈਨਸ਼ਨ ਨਹੀਂ ਬਣੇਗੀ। ਜਦੋਂ ਸਾਹ ਦਾ ਮਸਲਾ ਉਦੋਂ ਤੁਹਾਡੀ ਦਵਾਈ ਦੌੜ ਕੇ ਦਵਾਈ ਮਿਲੇ ਨਾ 4 ਦਿਨ, ਤੇ ਫਿਰ ਕੀ ਕਰੋਗੇ? ਠੀਕ ਹੈ, ਤੇ ਲੇਕਿਨ ਦੋਸਤੋ ਉਹ ਤੁਸੀਂ ਜ਼ਰੂਰੀ ਅੱਜ ਤੋਂ ਹੀ ਦਵਾਈ ਲੈ ਕੇ ਰੱਖ ਲਓ। ਜਿਹਨਾਂ ਚਪਾਤਾ ਉਹ ਵੀ ਲੈ ਲਓ, ਹਾਂ, ਜਿਹਨੇ ਨਹੀਂ ਪਾਇਆ ਉਹ ਵੀ ਨਾਲ ਜਾ ਕੇ ਨਾ ਦਵਾਈ ਹਾਂ, ਸਾਲ ਹੀ ਲੈ ਕੇ ਰੱਖ ਲਓ, ਕਿਉਂਕਿ 2 ਸਾਲ ਤੱਕ ਇਹਦੀ ਗਾਰੰਟੀ ਹੁੰਦੀ, 3 ਸਾਲ ਤੱਕ ਠੀਕ ਹੈ, ਇਹਦੀ ਟੈਨਸ਼ਨ ਕੋਈ ਨਹੀਂ, ਉਹ ਤੁਸੀਂ ਲਾਜ਼ਮੀ ਪਾ ਲਓ। ਠੀਕ ਹੋ ਗਿਆ। ਮੇਰੀ ਇੱਕ ਸਮਝ ਚ ਗੱਲ ਆਉਂਦੀ ਵੀ ਹੈ ਹਾਂ, ਹਾਂ, ਵੀ ਜਿਹੜੇ ਲੋਕ ਚੂਚਾ ਪਾਉਂਦੇ ਨੇ ਤੇ ਕਹਿੰਦੇ ਨੇ ਕਿ ਸਾਡਾ ਮਰ ਗਿਆ, ਆਹੋ, ਐਸੇ ਮਾਤਾ ਮਾਤਾ ਉਹ ਮੇਰੀ ਸਮਝ ਨਾਲ ਨਾ ਗੌਰ ਨਹੀਂ ਕਰਦੇ। ਗੌਰ ਨਹੀਂ ਕਰਦੇ। ਅੱਛਾ, ਦੇਖੋ ਚੂਚੇ ਚ ਆਏ ਹੋ, ਜਿਹੜੇ ਸ਼ੈਡ ਚ ਅੰਦਰ ਵੜਦੇ ਹੋ ਨਾ, ਹਾਂ, ਚਲੋ ਅਗਰ ਅਗਰ ਪੜ ਕੇ ਅੰਦਰ ਵੜੋ ਤੇ ਫਿਰ ਚੂਚੇ ਨੂੰ ਇਹ ਨਾ ਦੇਖੋ ਕਿ ਇਹ ਬੈਠਾ ਤਾਂ ਇਹਨੂੰ ਰਮਾਨ ਕਰਨ ਦੀ। ਹਾਂ,
ਚੂਚੇ 'ਚ ਫੇਰਾ ਮਾਰੋ। ਠੀਕ ਆ। ਜਿਲੇ ਫੇਰਾ ਮਾਰੋਗੇ ਉਹਨੂੰ ਉਠਾਓਗੇ, ਉਹਨੂੰ ਪਤਾ ਲੱਗੇਗਾ ਕਿ ਇਹ ਉੱਠਿਆ, ਹਾਂ ਇਹ ਕਿਹੜੇ ਤਰੀਕੇ ਨਾਲ ਉੱਠਿਆ। ਠੀਕ ਆ। ਜਿਹੜਾ ਤੰਦਰੁਸਤ ਚੂਚਾ ਉਹ ਛਾਲ ਮਾਰਦਾ, ਠੀਕ ਆ, ਉਹ ਦੌੜਦਾ। ਠੀਕ ਆ। ਜਿਹੜਾ ਬਿਮਾਰ ਚੂਚਾ ਉਹ ਲੰਮੇ ਲੰਮੇ ਸਾਹ ਲਏਗਾ, ਉੱਠੇਗਾ ਬੈਠੇਗਾ, ਪਤਾ ਲੱਗ ਜਾਂਦਾ ਕਿ ਬਿਮਾਰ ਹੈ। ਕੁਝ ਲੋਕ ਜਾਂਦੇ ਨੇ ਅੰਦਰ ਫੀਡ ਪਾਉਂਦੇ ਨੇ ਜਾਂ ਦਵਾਈ ਆਪਣਾ ਪਾਣੀ ਰੱਖਦੇ ਨੇ। ਠੀਕ ਆ। ਚੂਚੇ ਵੱਲ ਗੌਰ ਨਹੀਂ ਕਰਦੇ ਕਿ ਇਹ ਬੈਠਾ ਦਾ, ਉਹ ਕਹਿੰਦੇ ਨੇ ਕਿ ਯਾਰ ਬੜੇ ਸਕੂਨ ਨਾਲ ਬੈਠਾ ਦਾ, ਠੀਕ ਆ, ਇਹਨੂੰ ਬੈਠਾ ਰਹਿਣ ਦਿਓ। ਨਹੀਂ, ਬੈਠਾ ਨਹੀਂ ਰਹਿਣ ਦਿਓ, ਠੀਕ ਆ, ਉਹਨੂੰ ਉਠਾ ਕੇ ਦੇਖੋ ਇੱਕ ਵਾਰੀ। ਹਾਂ, ਅਸੀਂ ਅਨਾੜੀ ਬੰਦੇ ਆ। ਠੀਕ ਆ, ਠੀਕ ਹੈ ਜੀ, ਪਹਿਲਾਂ ਹੀ ਸਾਡਾ ਇਹ ਕਾਰੋਬਾਰ ਆ, ਪਹਿਲਾਂ ਹੀ ਕੰਮ ਆ। ਮਸਲਾ ਦੇਖੋ। ਲੇਕਿਨ ਮੈਂ ਜਿਸ ਦਿਨ ਦਾ ਸ਼ੈਡ ਚ ਆਉਂਦਾ ਪਿਆ, ਹਾਂ, ਰਾਤੀ 2 ਵਜੇ ਆਵਾਂ, 3 ਵਜੇ ਆਵਾਂ, 1 ਵਜੇ ਆਵਾਂ, ਹਾਂ, ਆਣ ਕੇ ਵਿੱਚ ਫੇਰਾ ਮਾਰਨਾ, ਠੀਕ ਆ, ਚੂਚੇ ਨੂੰ ਉਠਾਣਾ। ਠੀਕ ਆ। ਇਹ ਬੈਠਾ ਆਪਣੀ ਮਰਜ਼ੀ ਨਾਲ ਬੈਠਾ ਜਾਂ ਇਹ ਵੈਸੇ ਹੀ ਕੋਈ ਤਕਲੀਫ ਹੈ ਇਹਨੂੰ ਤੇ ਤਾਂ ਬੈਠਾ। ਠੀਕ ਆ। ਠੀਕ ਹੈ ਜੀ। ਤੇ ਜਿਹੜਾ ਬੰਦਾ ਫੇਰਾ ਮਾਰੇਗਾ ਉਹਨੂੰ ਇਨਸ਼ਾਅੱਲਾ ਉਹਦੇ ਮਾਲ ਦਾ ਪਤਾ ਲੱਗੇਗਾ, ਉਹਨੂੰ ਕੀ ਮਸਲਾ ਮਾਲ ਨੂੰ ਹੈ, ਉਹਨੂੰ ਕੀ ਮਸਲਾ। ਅਗਰ ਕੋਈ ਮਸਲਾ ਤੇ ਫਿਰ ਉਹਦਾ ਹੱਲ ਵੀ ਹੈ। ਹਾਂ। ਤੇ ਜਿਸ ਬੰਦੇ ਨੇ ਫੇਰਾ ਨਹੀਂ ਮਾਰਨਾ, ਖੁਰਾਕ ਪਾਈ, ਪਾਣੀ ਪਾਇਆ, ਹਾਂ, ਆਪੂ ਬਾਹਰ। ਹਾਂ, ਠੀਕ ਹੈ ਜੀ। ਉਹ ਜਿਹੜਾ ਬੰਦਾ ਬਾਹਰ ਆ ਜਾਂਦਾ ਨਾ, ਮਗਰੋਂ ਦੇ ਵਿੱਚ ਵੜਨਾ ਹੀ ਨਹੀਂ, ਬਾਅਦ ਚ 2-4 ਘੰਟੇ ਆਣਾ ਹੀ ਨਹੀਂ। ਆ ਵੀ ਅਸੀਂ ਪਾਣੀ ਪਾਇਆ, ਖੁਰਾਕ ਮੁੱਕੀ ਤੇ ਚੱਲ ਜਾਾਂਗੇ ਯਾਰ, ਫੀਡ ਮੁੱਕੀ ਦੇ ਵਿੱਚ ਲਾਵਾਂਗੇ। ਇਸ ਤਰ੍ਹਾਂ ਨਹੀਂ ਕਰਨਾ। ਠੀਕ ਆ। ਇਸ ਤਰ੍ਹਾਂ ਕਰਨਾ ਕਿ ਉਹਦੇ ਵਿੱਚ ਫੇਰਾ ਮਾਰੋ, ਉਹਨੂੰ ਉਠਾਓ, ਉਹਨੂੰ ਦੇਖੋ। ਹਾਂ, ਅਗਰ ਗੌਰ ਕਰੋਗੇ ਤਾਂ ਇਨਸ਼ਾਅੱਲਾ ਅੱਲਾ ਰੋਟੀ ਦੇਗਾ। ਬਿਲਕੁਲ। ਤੇ ਜਦੋਂ ਗੌਰ ਨਾ ਕਰੋਗੇ ਤਾਂ ਫਿਰ ਨੁਕਸਾਨ ਹੋਏਗਾ। ਲੇਕਿਨ ਇਹ ਕਿ ਅਸੀਂ ਥੋੜਾ ਚੂਚਾ ਪਾ ਲਿਆ ਵਾ ਤਜਰਬੇ ਵਾਸਤੇ, ਚੰਗਾ ਕੀਤਾ ਚਲੋ। ਲੇਕਿਨ ਸਾਨੂੰ ਚੂਚਾ 2000 ਹੀ ਪਾ ਦੇ, ਪਾਣਾ ਚਾਹੀਦਾ ਸੀ। ਠੀਕ ਆ, ਠੀਕ। 2000 ਪਾਣਾ ਚਾਹੀਦਾ। ਦੇਖੋ ਬਾਬਾ ਜੀ, ਜਿੰਨੀ ਮਿਹਨਤ ਕੀਤੀ ਹੈ ਨਾ, ਹਾਂ, ਜਿੰਨੀ ਅਸਾਂ ਮਿਹਨਤ ਕੀਤੀ, 2000 ਤੇ ਵੀ ਨਹੀਂ। ਅਸਾਂ ਕੋਈ ਕਸਰ ਨਹੀਂ ਛੱਡੀ। ਹਾਂ, ਠੀਕ ਹੈ ਜੀ। ਜੇ ਬੰਦਾ ਆਖੇ ਨਾ ਕਿ ਕੁਤਾਈ ਕੀਤੀ ਹੈ, ਹੂੰ, ਅਸਾਂ ਆਪਣੇ ਨੂੰ 1 ਮਿੰਟ ਵੀ ਕੁਤਾਈ ਨਹੀਂ ਕੀਤੀ। ਠੀਕ ਆ। ਇਹੋ ਹੀ 2000 ਤੇ ਇੰਨਾ ਹੀ ਖਰਚਾ ਹੈ। ਇੰਨੀ ਮਿਹਨਤ ਹੋਣੀ ਸੀ। ਇੰਨੀ ਮਿਹਨਤ। ਚਲੋ ਪਹਿਲਾ ਫਲਾਕ ਸੀ ਤੁਹਾਡਾ, ਇਤਿਹਾਸ ਸੀ, ਸਾਡਾ ਪਹਿਲਾ ਸੀ। ਡਰਦੇ ਸੀ, ਅਸੀਂ ਡਰਦੇ ਰਹੇ। ਬੜਾ ਸੀ ਸਾਨੂੰ ਲੋਕਾਂ ਡਰਾਇਆ ਡਰਾਇਆ ਹੀ ਬੜਾ ਸੀ ਕਿ 200 ਮਰ ਜਾਂਦਾ, 250 ਮਰ ਜਾਂਦਾ, 300 ਮਰ ਜਾਂਦਾ। ਹਾਂ, ਅਲਹਮਦੁਲਿਲਾ, ਅੱਲਾਹ ਪਾਕ ਦਾ ਸ਼ੁਕਰ ਹੈ, ਸਾਡੇ 20 ਚੂਚੇ ਕੈਂਸਲ ਹੋਏ ਨੇ। ਹਾਂ, 20 ਜਿੱਤ ਗਏ ਨੇ, ਅੱਲਾ ਦੀ ਖੈਰ। 20 ਚੂਚੇ ਮਰੇ ਨੇ। ਬਾਕੀ ਇਨਸ਼ਾਅੱਲਾ ਮਾਲ ਬਿਲਕੁਲ ਠੀਕ ਹੈ। ਓਕੇ ਓਕੇ। ਹਾਂਜੀ, ਵੈਕਸੀਨ ਵਾਲਾ ਪਾਣੀ ਜਨਾਬ ਰੱਖਿਆ ਜਾ ਰਿਹਾ। ਚੂਹੇ ਬਾਹਰ ਵੀ ਆ ਗਏ ਨੇ। ਹਾਂ, ਦਰਵਾਜ਼ਾ ਨਹੀਂ ਬੰਦ ਕੀਤਾ, ਛਾਪਰ ਨਹੀਂ ਅੱਗੇ ਦਿੱਤਾ ਦਾ ਸਹੀ, ਤੇ ਬਾਹਰ ਆ ਗਏ ਨੇ ਬਾਹਰ। ਆਹੋ ਭਾਈ, ਇਹ ਤੇ ਆਪਣੇ ਆਪ ਹੀ ਨੱਠਣ ਦੀ ਕਰਦੇ ਨੇ। ਇਹ ਡੱਬਾ ਖਰਾਬ ਹੈ। ਚਲ ਰੱਖ ਚਲ ਕੋਈ ਨਾ, ਹਾਂ ਇਹ ਵੀ ਸੈੱਟ ਬੈਠਾ ਰੱਖੂਗਾ। ਚਲ ਠੀਕ ਹੈ। ਚਲੋ ਫੜੋ, ਉਹ ਵੀ ਤਾਂ ਕਰੋ ਨਾ, ਇਹ ਫਿਰ ਤਾਂ ਹੋ ਗਿਆ, ਤਾਂ ਇਹਨਾਂ ਪਾਣੀ ਪੀਣਾ ਹੀ ਪੀਣਾ ਵਾਲਾ ਸ਼ਾਰ ਕੀ ਤੁਹਾਨੂੰ ਪਤਾ ਜੀ। ਇਹ ਜੀ ਵੈਕਸੀਨ ਵਾਲਾ ਪਾਣੀ ਜਨਾਬ, ਜਿਹੜੀ ਅਸੀਂ ਕੈਫਕੋਲ ਮੈਡੀਸਨ ਯੂਜ਼ ਕੀਤੀ ਹੈ ਨਾ, ਉਹਦਾ ਪਾਣੀ ਹੈ। ਠੀਕ ਹੈ ਜੀ। ਇਦਾਂ ਥੱਲੇ ਸੀ, ਭਾਈ ਬਗਾ ਜੀ ਕਹਿੰਦੇ ਥੋੜੀ ਤਾਂ ਚੁੱਕੋ ਤੇ ਚਲ ਰੱਖੋ। ਲੋ ਜੇ ਪਾਣੀ ਪੀਣਾ ਸ਼ੁਰੂ ਹੋ ਗਏ ਨੇ। ਤਾਂ ਧੋਣ ਵਿੱਚ ਆਓ, ਉਹ ਵੀ ਥੱਲੇ ਚਲੋ ਕੋਈ ਨਾ, ਅਗਲੀ ਉਹ ਵੀ ਤਾਂ ਕਰਨੀ ਹੈ ਕਿਉਂਕਿ ਧੋਣ ਦੀ ਕਿੱਥੇ ਜਾਣ ਦੀ ਕਿੱਥੇ। ਇਹਦੀ ਲੱਤ ਲੰਮੀ ਹੋਏਗੀ, ਧੋਣ ਸਾਰੀ ਹੋਏਗੀ। ਕਿਸੇ ਤੁਹਾਡੇ ਵਿੱਚ ਹੈ ਕੋਈ ਮਸਲਾ ਨਹੀਂ। ਇਹਦੇ ਨੂੰ ਫੇਰਾ ਪੂਰਾ ਮਾਰ ਦੇਣਾ ਵਿੱਚ, ਤਾਂ ਕਿ ਇਹ ਚੂਹੇ ਜਿਹੜੇ ਸਾਰੇ ਇਹ ਪਾਣੀ ਪੀ ਲੈਣ, ਵੈਕਸੀਨ ਹੋ ਜੇ ਸਾਰਿਆਂ ਨੂੰ ਇਹ ਵਾਲੀ। ਚੂਹਿਆਂ ਦੇ ਵਿੱਚ ਜਿੰਨਾ ਫੇਰਾ ਮਾਰਨਾ ਜਾਂ ਮਾਰਦੇ ਰਹਿਣਾ, ਤਾਂ ਕਿ ਸਾਰੇ ਚੂਹੇ ਜਿਹੜਾ ਉਹ ਇਹ ਵੈਕਸੀਨ ਵਾਲਾ ਪਾਣੀ ਪੀ ਲੈਣ। ਟਣਕਦਾ ਪਿਆ ਵਾ। ਹਾਂਜੀ, ਇਹ ਦੇਖੋ ਪਾਣੀ ਸ਼ੁਰੂ ਹੋ ਗਿਆ ਪੀਣਾ। ਜਦੋਂ ਦੋਸਤੋ ਕਿਸ ਤਰ੍ਹਾਂ ਲੱਗੀ ਜੇ ਵੀਡੀਓ ਅਗਰ ਅੱਛੀ ਲੱਗੀ ਤੇ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ। ਤੇ ਸਾਹ ਦੀ ਬਿਮਾਰੀ ਜਿਹੜੀ ਉਹ ਭਾਈ ਬੱਗਾ ਜੀ ਕਹਿੰਦੇ ਨੇ ਕਿ ਜਨਾਬ 20ਵੇਂ ਦਿਨ ਤੋਂ 18-19ਵੇਂ ਦਿਨ ਤੋਂ ਸ਼ੁਰੂ ਹੋ ਜਾਂਦੀ ਆ। ਇਸ ਕਰਕੇ ਜਨਾਬ ਸਾਹ ਦੀ ਬਿਮਾਰੀ ਦੀ ਜਿਹੜੀ ਕੈਫਕੋਲ ਤੁਹਾਨੂੰ ਦਵਾਈ ਦੱਸੀ ਆ ਨਾ, ਉਹ ਤੁਸੀਂ ਆਪਣੇ ਕੋਲ ਲਿਆ ਕੇ ਰੱਖਣੀ ਆ, ਪਹਿਲੇ ਲਿਆ ਕੇ ਰੱਖ ਲੈਣੀ ਆ, ਕਿਉਂਕਿ ਉਹ ਉੱਠਦੀ ਆ। ਐ ਨਹੀਂ ਕਿ ਨਹੀਂ ਉੱਠਦੀ, ਉਹ ਬਿਮਾਰੀ ਉੱਠਦੀ ਆ ਸਾਹ ਦੀ। ਕਹਿੰਦੇ ਕਿ ਨਾੜ ਹੁੰਦੀ ਆ, ਨਾੜ ਜਿਹੜੀ ਉਹ ਖੁੱਲਦੀ ਹੈ ਜਦੋਂ ਤੋਂ ਚੂਹੇ ਨੂੰ ਸਾਂਸ ਦਾ ਮਸਲਾ ਬਣਦਾ। ਇਸ ਕਰਕੇ ਜਨਾਬ ਇਸ ਵੈਕਸੀਨ ਨੂੰ ਕਰਨਾ ਵੀ ਜ਼ਰੂਰੀ ਹੁੰਦਾ। ਇਸ ਕਰਕੇ ਅਸੀਂ ਕਰ ਲਈ ਆ। ਤੁਹਾਨੂੰ ਵੀ ਦੱਸਣ ਦਾ ਮਕਸਦ ਇਹੋ ਹੀ ਆ ਕਿ ਜਨਾਬ ਤੁਹਾਡੇ ਚੂਹੇ ਨੂੰ ਅਗਰ ਕੋਈ ਸਾਂਸ ਦਾ ਮਸਲਾ ਆਉਂਦਾ, ਤੁਸੀਂ ਫਿਲਫੋਰ ਕੈਫਕੋਲ ਜਿਹੜੀ ਦੱਸੀਆਂ ਤੁਹਾਨੂੰ ਵੈਕਸੀਨ, ਇਹ ਤੁਸੀਂ ਕਰਨੀ ਹੈ, ਲਾਜ਼ਮੀ ਕਰਨੀ ਹੈ। ਇਹ ਲਿਆ ਕੇ ਆਪਣੇ ਕੋਲ ਪਹਿਲੇ ਰੱਖ ਲਓ, ਇਹਦੀ ਜ਼ਰੂਰਤ ਪੈਂਦੀ ਰਹਿਣੀ ਹੈ। ਠੀਕ ਹੈ ਨਾ। ਤੇ ਇਸ ਕਰਕੇ ਜਨਾਬ ਇਹਨੂੰ ਕਰਨਾ ਜ਼ਰੂਰੀ ਹੈ। ਤੇ ਅੱਲਾ ਦੇ ਕਰਮੋਂ ਫਜ਼ਲ ਨਾਲ ਸਾਡੇ ਚੂਹੇ ਨੂੰ ਰਾਤ ਦਾ ਮਸਲਾ ਸੀ, ਹੁਣ ਤੱਕ ਬਿਲਕੁਲ ਠੀਕ ਹੈ। ਠੀਕ ਹੈ ਜੀ। ਵੈਕਸੀਨ ਅਸੀਂ ਕਰ ਦਿੱਤੀ ਹੈ। ਅਸੀਂ ਅੱਧੇ ਘੰਟੇ ਬਾਅਦ ਇਹਨੂੰ ਹੁਣ ਵੀ ਚੈੱਕ ਕੀਤਾ। ਠੀਕ ਹੈ ਨਾ। ਤੇ ਅੱਲਾ ਖੈਰ ਕਰਦੇ ਚੂਹਾ ਫਿਰਦਾ ਟੁੱਟਦਾ ਪਿਆ ਵਾ। 2-4 ਚੂਹਿਆਂ ਨੂੰ ਮਸਲਾ ਆਇਆ ਸੀ। ਠੀਕ ਹੈ ਜੀ। ਹੁਣ ਅੱਲਾ ਖੈਰ ਕਰਦੇ ਭਾਈ ਬੱਗਾ ਜੀ ਕਹਿੰਦੇ ਨੇ ਕੰਟਰੋਲ ਹੋ ਜਾਏਗਾ। ਤੇ ਦੋਸਤੋ ਕਿਸ ਤਰ੍ਹਾਂ ਲੱਗੀ ਜੀ ਵੀਡੀਓ ਅੱਛੀ ਲੱਗਦੀ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ। ਇਸੇ ਤਰ੍ਹਾਂ ਅਸੀਂ ਇਜਾਜ਼ਤ ਚਾਹੁੰਦੇ ਹਾਂ। अल्लाह हाफिज़।